ਕਲਮ ਦਾ ਸਫ਼ਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਅਸੀਂ ਲੜੀ ਸ਼ੁਰੂ ਕੀਤੀ ਹੈ ਕਿ ਆਓ ਕਿਤਾਬਾਂ ਨਾਲ ਸਾਂਝ ਪਾਈਏ, ਸੋ ਉਸ ਲੜੀ ਦੇ ਤਹਿਤ ਅੱਜ ਅਸੀਂ ਅਗਲਾ ਐਪੀਸੋਡ ਲੈ ਕੇ ਆਏ ਹਾਂ। ਮੇਰੇ ਨਾਲ ਅੱਜ ਦੋ ਮਹਾਨ ਸ਼ਖਸੀਅਤਾਂ ਡਾਕਟਰ ਹਰਿੰਦਰ ਸਿੰਘ ਤੇ ਡਾਕਟਰ ਸੁਖਪ੍ਰੀਤ ਕੌਰ। ਅੱਜ ਅਸੀਂ ਪ੍ਰਵਾਸੀ ਜੋ ਸਾਡੇ ਲੇਖਕ ਨੇ ਜਰਨੈਲ ਸਿੰਘ ਸੇਖਾ, ਉਹਨਾਂ ਦੇ ਨਾਵਲਾਂ ਤੇ ਗੱਲ ਕਰਨ ਜਾ ਰਹੇ ਹਾਂ। ਸੋ ਦੋਸਤੋ, ਜਿਵੇਂ ਤੁਸੀਂ ਪਹਿਲਾਂ ਵੀ ਸਾਡੇ ਐਪੀਸੋਡਸ ਨੂੰ ਭਰਪੂਰ ਹੁੰਗਾਰਾ ਦਿੱਤਾ, ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਤੁਸੀਂ ਆਉਣ ਵਾਲੇ ਐਪੀਸੋਡ ਨੂੰ ਵੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਨਾ ਚਾਹਾਂਗਾ ਡਾਕਟਰ ਸੁਖਪ੍ਰੀਤ ਕੌਰ ਜੀ ਦਾ ਤੇ ਡਾਕਟਰ ਹਰਿੰਦਰ ਜੀ ਦਾ। ਤੇ ਅੱਜ ਅਸੀਂ ਜਿਹੜੀ ਗੱਲ ਕਰਨ ਲੱਗੇ ਹਾਂ, ਕਿਉਂਕਿ ਜਰਨੈਲ ਸਿੰਘ ਸੇਖਾ 1960 ਦੇ ਵਿੱਚ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਹੈ। ਫਿਰ ਉਹਨਾਂ ਨੇ ਜਿਗਰ ਪਾਰੇ ਜੋ 50 ਦੇ ਕਰੀਬ ਲਿਖੇ ਹੈ ਔਰ ਅਧਿਆਪਨ ਕਾਰਜ ਵੀ ਕੀਤਾ ਉਹਨਾਂ ਨੇ। ਤੇ 1992 ਵਿੱਚ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਉਦਾਸੇ ਬੋਲ ਛਪਿਆ ਤੇ 1997 ਵਿੱਚ ਉਹਨਾਂ ਦਾ ਪਹਿਲਾ ਨਾਵਲ ਦੁਨੀਆ ਕੈਸੀ ਹੋਈ ਉਹ ਪ੍ਰਕਾਸ਼ਿਤ ਹੋਇਆ। ਸੋ ਅਸੀਂ ਉਸੇ ਨਾਵਲ ਤੋਂ ਗੱਲ ਸ਼ੁਰੂ ਕਰਾਂਗੇ। ਮੈਂ ਪਹਿਲਾ ਕੁਐਸਚਨ ਕਰਨਾ ਚਾਹਾਂਗਾ ਡਾਕਟਰ ਸੁਖਪ੍ਰੀਤ ਕੌਰ ਜੀ ਨੂੰ ਕਿ ਡਾਕਟਰ, ਜਿਸ ਤਰ੍ਹਾਂ ਜਰਨੈਲ ਸਿੰਘ ਸੇਖਾ ਦਾ ਨਾਵਲ ਹੈ ਦੁਨੀਆ ਕੈਸੀ ਹੋਈ, ਲੇਖਕ ਨੇ ਕਿਸ ਤਰ੍ਹਾਂ ਦਾ ਇਸ ਦੇ ਵਿੱਚ ਬਿਰਤਾਂਤ ਸਿਰਜਣ ਦੀ ਗੱਲ ਕੀਤੀ ਹੈ, ਕਿਹੋ ਜਿਹੀ ਜਿਹੜੀ ਹੈਗੀ ਆ ਜ਼ਿੰਦਗੀ ਦੀ ਗੱਲ ਇਹਦੇ ਵਿੱਚ ਨਾਵਲ ਦੇ ਵਿੱਚ ਕੀਤੀ ਗਈ ਹੈ, ਇਸ ਬਾਰੇ ਸਾਨੂੰ ਦੱਸੋ। ਸਭ ਤੋਂ ਪਹਿਲਾਂ ਕਲਮ ਦਾ ਸਫ਼ਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਜਿਵੇਂ ਕਿ ਅਮਰਜੀਤ ਤੁਸੀਂ ਗੱਲ ਕੀਤੀ ਹੈ ਕਿ ਜਰਨੈਲ ਸਿੰਘ ਸੇਖਾ ਦਾ ਇਹ ਪਲੇਠਾ ਨਾਵਲ ਦੁਨੀਆ ਕੈਸੀ ਹੋਈ 1997 ਦੇ ਵਿੱਚ ਛਪਿਆ। ਇਸ ਪਲੇਠੇ ਨਾਵਲ ਦੀ ਜਿਹੜੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਆ ਕਿ ਪ੍ਰਵਾਸੀ ਪੰਜਾਬੀ ਨਾਵਲ ਇਸ ਤੋਂ ਪਹਿਲਾਂ ਜਿੰਨੇ ਵੀ ਲਿਖੇ ਗਏ, ਭਾਵੇਂ ਕਿ ਉਸ ਤੋਂ ਪਹਿਲਾਂ ਦਰਸ਼ਨ ਧੀਰ, ਪ੍ਰੀਤਮ ਸਿੱਧੂ, ਹਰਜੀਤ ਅਟਵਾਲ, ਬਲਵੀਰ ਕੌਰ ਸੰਘੇੜੇ, ਇਸ ਤਰੀਕੇ ਦੇ ਨਾਵਲਕਾਰਾਂ ਨੇ, ਉਹਨਾਂ ਦੇ ਵਿਸ਼ਿਆਂ ਨਾਲੋਂ ਇਹਦੀ ਵੱਖਰਤਾ ਦੀ ਜਿਹੜੀ ਮਹੱਤਤਾ ਉਹ ਇਹ ਸੀ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਕੈਨੇਡੀਅਨ ਪ੍ਰਵਾਸੀ ਪੰਜਾਬੀ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਂਦਾ ਜੀ। ਇਹਦਾ ਜਿਹੜਾ ਬਿਰਤਾਂਤ ਆ ਉਹ ਪੂਰੇ ਦੇ ਪੂਰੇ ਬਿਰਤਾਂਤ ਦੇ ਵਿੱਚ ਜਿਹੜੇ ਪ੍ਰਵਾਸ ਕਰਕੇ ਗਏ ਹੋਏ ਪ੍ਰਵਾਸੀ ਪੰਜਾਬੀ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਵਧੇਰੀ ਗਿਣਤੀ ਬਜ਼ੁਰਗਾਂ ਦੀ ਹੁੰਦੀ ਆ, ਉਹ ਉੱਥੇ ਜਾ ਕੇ ਜਦੋਂ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦਾ ਪੂਰੇ ਦਾ ਪੂਰਾ ਦ੍ਰਿਸ਼ ਚਿੱਤਰਿਆ ਹੋਇਆ ਹੈ। ਔਰ ਇਸ ਨਾਵਲ ਦੇ ਹੋਂਦ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਸਾਹਮਣੇ ਆਉਂਦਾ ਹੈ, ਮੇਰੀ ਸਮਝ ਦੇ ਮੁਤਾਬਕ ਉਹ ਇਹ ਆ ਕਿ ਲੇਖਕ ਨੇ ਜਰਨੈਲ ਸਿੰਘ ਸੇਖਾ ਨੇ ਪੰਜਾਬੀਆਂ ਦੀ ਬਦਲ ਰਹੀ ਮਾਨਸਿਕ ਸਥਿਤੀ ਨੂੰ ਆਧਾਰ ਬਣਾ ਕੇ ਇਹ ਨਾਵਲ ਆ ਜਿਹੜਾ ਲਿਖਿਆ। ਕਾਰਨ ਇਹ ਕਿ ਇੱਕ ਇੰਟਰਵਿਊ ਦੇ ਦੌਰਾਨ ਸੇਖਾ ਸਾਹਿਬ ਖੁਦ ਵੀ ਮਤਲਬ ਕਹਿੰਦੇ ਨੇ ਕਿ ਆਮ ਤੌਰ ਤੇ ਇੱਕ ਮੰਨਿਆ ਜਾਂਦਾ ਕਿ ਪੰਜਾਬੀ ਨੇ ਜਿਹੜੇ ਉਹ ਬੜੇ ਸਹਿਜ ਸੁਭਾਅ ਦੇ ਹੁੰਦੇ ਨੇ, ਉਹ ਇੱਕ ਦੂਜੇ ਦੀ ਮਦਦ ਕਰਨ ਵਾਲੇ ਹੁੰਦੇ ਨੇ, ਪਰੰਤੂ ਜਦੋਂ ਉੱਥੇ ਜਾ ਕੇ ਦੇਖਦਾ ਤਾਂ ਜਿਹੜੇ ਪੰਜਾਬੀ ਇੱਕ ਦੂਜੇ ਦੀ ਸਹਾਇਤਾ ਕਰਨ ਵਾਲੇ ਹੁੰਦੇ ਨੇ, ਜਦੋਂ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਖਿੱਚੋਤਾਣ ਪੈਦਾ ਹੋ ਜਾਂਦੀ ਆ। ਉਹ ਡਾਲਰ ਕਮਾਉਣ ਦੀ ਜਿਹੜੀ ਇੱਕ ਚਾਹਤ ਆ, ਭਾਵੇਂ ਕਿ ਉਹ ਮਜਬੂਰੀ ਆ ਭਾਵੇਂ ਜਾਂ ਉਹਨਾਂ ਦੀ ਜ਼ਰੂਰਤ ਆ, ਉਹਦੇ ਕਾਰਨ ਜਿਹੜਾ ਉਹਨਾਂ ਦਾ ਸੁਭਾਅ ਹੈ, ਉਹਨਾਂ ਦਾ ਮਾਨਸਿਕ ਪੱਧਰ ਹੈ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਬਦਲਾਅ ਹੈ, ਉਹਨੂੰ ਆਧਾਰ ਬਣਾ ਕੇ ਫਿਰ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਜਿਹੜਾ ਬਿਰਤਾਂਤ ਸਿਰਜਿਆ। ਔਰ ਨਾਲ ਦੀ ਨਾਲ ਜਿਹੜੀਆਂ ਇਸ ਬਿਰਤਾਂਤ ਆ ਜਿਹੜਾ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ, ਉਹਨਾਂ ਦੇ ਵਿੱਚ ਦੋ ਉਹਨਾਂ ਨੇ ਜਿਹੜੇ ਵੱਡੇ ਮਸਲੇ ਪੇਸ਼ ਕੀਤੇ ਆ। ਇੱਕ ਇਹ ਪਹਿਲਾ ਕਿ ਵਧੇਰੇ ਜਿਹੜੇ ਇਸ ਨਾਵਲ ਦੇ ਵਿੱਚ ਕੰਮ ਕਰਦੇ ਖੇਤ ਮਜ਼ਦੂਰ ਆ ਉਹ ਹੈਗੇ ਆ ਬਜ਼ੁਰਗ ਅਵਸਥਾ ਨਾਲ ਸੰਬੰਧਿਤ। ਇਹ ਉਹ ਧਿਰ ਦੇ ਲੋਕ ਨੇ ਜਿਹੜੇ ਪੰਜਾਬ ਵਿੱਚ ਚੰਗੀਆਂ ਸਰਕਾਰੀ ਨੌਕਰੀਆਂ ਤੇ ਸਥਾਪਿਤ ਸੀ। ਕੋਈ ਪੇਸ਼ੇ ਵਜੋਂ ਅਧਿਆਪਕ ਸੀ, ਕੋਈ ਥਾਣੇਦਾਰ ਸੀ, ਕੋਈ ਵਕੀਲ ਸੀ, ਕੋਈ ਪਟਵਾਰੀ ਸੀ, ਪਰੰਤੂ ਜਦੋਂ ਉਹ ਕੈਨੇਡਾ 'ਚ ਪ੍ਰਵਾਸ ਕਰਦੇ ਨੇ ਫਿਰ ਉੱਥੇ ਜਾ ਕੇ ਆਮ ਇਨਸਾਨਾਂ ਦੀ ਤਰ੍ਹਾਂ ਉਹਨਾਂ ਦੀ ਜਿਹੜਾ ਇੱਕ ਸਰਦਾਰੀ ਹੁੰਦੀ ਆ ਉਹ ਟੁੱਟਦੀ ਆ ਤੇ ਉੱਥੇ ਖੇਤਾਂ ਵਿੱਚ ਕੰਮ ਕਰਦੇ ਆ ਤੇ ਉਹਨਾਂ ਦੇ ਅੰਦਰ ਜਿਹੜੀ ਉਹਨਾਂ ਦਾ ਮਾਨਸਿਕ ਪੱਧਰ ਹੁੰਦਾ ਉਹ ਕਿਤੇ ਡਾਮਾਡੋਲ होला। ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸਰਦਾਰੀ ਉਹ ਖੁੱਸ ਗਈ। ਬਿਲਕੁਲ। ਤਾਂ ਦੂਸਰਾ ਕਾਰਨ ਜਿਹੜਾ ਇਹਦੇ ਵਿੱਚ ਸਾਹਮਣੇ ਆਉਂਦਾ ਉਹ ਇਹ ਹੈ ਕਿ ਇਹਨਾਂ ਖੇਤ ਮਜ਼ਦੂਰਾਂ ਦਾ ਸਭ ਤੋਂ ਜ਼ਿਆਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ। ਇਹ ਉਸ ਧਿਰ ਵੱਲੋਂ ਜਿਹੜੀ
ਪਹਿਲਾਂ ਸਥਾਪਿਤ ਹੋਈ ਪ੍ਰਵਾਸੀ ਵਰਗ ਦੀ ਆ, ਜਿਹੜੇ ਠੇਕੇਦਾਰਾਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਆ। ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਇਹ ਇਸ ਦੇ ਪੂਰੇ ਬਿਰਤਾਂਤ ਨੂੰ 24 ਅਲੱਗ-ਅਲੱਗ ਭਾਗਾਂ ਦੇ ਵਿੱਚ ਪੇਸ਼ ਕਰਦਾ ਲੇਖਕ, ਔਰ ਹਰ ਜਿਹੜਾ ਭਾਗ ਆ ਨਾਵਲ ਦਾ ਉਹ ਆਪਣੇ ਆਪ ਵਿੱਚ ਇੱਕ ਸੰਪੂਰਨ ਸੁਤੰਤਰ ਕਹਾਣੀ ਵਜੋਂ ਸਾਹਮਣੇ ਆਉਂਦਾ ਹੈ। ਡਾਕਟਰ ਹਰਿੰਦਰ ਜੀ, ਇਸ ਨਾਵਲ ਦੀ ਤੁਹਾਡੇ ਹਿਸਾਬ ਨਾਲ ਕੀ ਵਿਸ਼ੇਸ਼ਤਾ ਹੈ ਜੋ ਦੂਜੇ ਨਾਵਲਾਂ ਨਾਲੋਂ ਇਸ ਨੂੰ ਵੱਖਰਾ ਕਰਦੀ? ਹਾਂਜੀ, ਜਿਵੇਂ ਡਾਕਟਰ ਸੁਖਪ੍ਰੀਤ ਜੀ ਨੇ ਵੀ ਗੱਲ ਕੀਤੀ ਹੈ ਕਿ ਜਰਨੈਲ ਸਿੰਘ ਸੇਖਾ ਦੇ ਨਾਵਲ ਦੀ ਇੱਕ ਖਾਸ ਵਿਸ਼ੇਸ਼ਤਾ, ਮੈਂ ਸਮਝਦਾ ਕਿ ਜਦੋਂ ਇਸ ਤੋਂ ਪਹਿਲਾਂ ਕੈਨੇਡੀਅਨ ਨਾਵਲ ਦੇ ਵਿੱਚ ਕੇਸਰ ਸਿੰਘ ਹੋਰਾਂ ਦੇ ਨਾਵਲ ਵੀ ਅਸੀਂ ਗਿਣਦੇ ਸੀਗੇ, ਜਿਹਦੇ ਵਿੱਚ ਇੱਕ ਖਾਸ ਤੌਰ ਤੇ ਇਤਿਹਾਸਕ ਤੇ ਰਾਜਨੀਤਿਕ ਚੇਤਨਾ ਦੀ ਗੱਲ ਵੱਡੇ ਪੱਧਰ ਤੇ ਹੋਈ ਮਿਲਦੀ ਸੀ ਉਹਨਾਂ ਦੇ ਨਾਵਲਾਂ ਦੇ ਵਿੱਚ। ਤੋਂ ਪ੍ਰਵਾਸੀ ਜੀਵਨ ਦੀਆਂ ਕੁਝ ਅਜਿਹੀਆਂ ਸਮੱਸਿਆਵਾਂ ਸੀਗੀਆਂ ਜਿਨ੍ਹਾਂ ਵੱਲ ਸਭ ਤੋਂ ਪਹਿਲੀ ਵਾਰ ਧਿਆਨ ਦਿਵਾਇਆ ਜਰਨੈਲ ਸਿੰਘ ਸੇਖਾ ਨੇ, ਜਿਹੜੀ ਕਿ ਡਾਕਟਰ ਸੁਖਪ੍ਰੀਤ ਨੇ ਗੱਲ ਕੀਤੀ ਹੈ, ਖੇਤ ਮਜ਼ਦੂਰਾਂ ਦੀਆਂ ਸਮੱਸਿਆ। ਦੇਖੋ, ਇਸ ਨਾਵਲ ਦੇ ਵਿੱਚ ਨਾ ਇੱਕ ਬੜੀ ਖੂਬਸੂਰਤ ਗੱਲ ਮੈਨੂੰ ਲੱਗੀ, ਉਹ ਇਹ ਕਿ ਜਦੋਂ ਜਿਹੜਾ ਸਾਡਾ ਦੇਸ਼ ਹੈਗਾ, ਮੈਂ ਇਹਨੂੰ ਮੰਨਦਾ ਕਿ ਅਰਧ ਜਗੀਰੂ ਤੇ ਅਰਧ ਪੂੰਜੀਵਾਦੀ ਹੈ ਸਾਡਾ ਭਾਰਤ ਦੇਸ਼ ਹੈ ਨਾ। ਪੰਜਾਬ ਵੀ ਇਹਦਾ ਇੱਕ ਹਿੱਸਾ ਹੈ। ਚਲੋ, ਜਿਹੜਾ ਕੈਨੇਡਾ ਅਮਰੀਕਾ ਵਰਗੇ ਦੇਸ਼ ਨੇ ਉਹ ਪੂਰੀ ਤਰ੍ਹਾਂ ਪੂੰਜੀਵਾਦੀ ਦੇਸ਼ ਨੇ ਹਨਾ। ਉੱਥੋਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ, ਉੱਥੋਂ ਦਾ ਪ੍ਰਬੰਧ ਆ ਉਹ ਪੂਰੀ ਤਰ੍ਹਾਂ ਪੂੰਜੀਵਾਦੀ ਹੈ। ਜਦੋਂ ਇਸ ਅਰਧ ਜਗੀਰੂ ਅਰਧ ਪੂੰਜੀਵਾਦੀ ਦੇਸ਼ ਦਾ ਕੋਈ ਵਸਨੀਕ ਪ੍ਰਵਾਸ ਕਰਦਾ ਹਨਾ, ਤੇ ਉਹ ਆਪਣੀਆਂ ਮਾਨਸਿਕ ਗੁੰਝਲਾਂ, ਆਪਣੀਆਂ ਮਾਨਸਿਕ ਸੋਚਾਂ ਨੂੰ ਉਸੇ ਤਰ੍ਹਾਂ ਨਾਲ ਲੈ ਕੇ ਜਾਂਦਾ। ਹੁਣ ਇਸ ਨਾਵਲ ਦੇ ਤੁਸੀਂ ਜਦੋਂ ਦੇਖਦੇ ਆ, ਜਿਹੜੀਆਂ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਆਉਂਦੀਆਂ, ਉੱਥੇ ਉਹ ਕੰਮ ਕਰ ਰਹੇ ਨੇ ਐਜ਼ ਏ ਮਜ਼ਦੂਰ ਦੇ ਤੌਰ ਤੇ ਨਾ। ਇੱਥੋਂ ਆਪਣਾ, ਜਿਵੇਂ ਡਾਕਟਰ ਸੁਖਪ੍ਰੀਤ ਜੀ ਨੇ ਦੱਸਿਆ ਕਿ ਉਹ ਇੱਥੋਂ ਆਪਣਾ ਸਾਰਾ ਕੁਝ ਚੰਗੀ ਸਰਦਾਰੀ ਛੱਡ ਕੇ ਉੱਥੇ ਗਏ ਨੇ ਹਨਾ। ਤਾਂ ਪਰੰਤੂ ਕੀ ਆ ਕਿ ਉਸ ਦੇਸ਼ ਦੇ ਵਿੱਚ ਜਾਣ, ਪੈਸੇ ਦੇ ਲਈ ਉਹ ਕੰਮ ਤਾਂ ਕਰ ਰਹੇ ਨੇ, ਉਹਨਾਂ ਨੂੰ ਪੈਸਾ ਚੰਗਾ ਲੱਗਦਾ, ਪਰ ਜਿਹੜੀ ਆਪਣੀ ਮਾਨਸਿਕਤਾ ਉਹ ਨਹੀਂ ਬਦਲਣਾ ਚਾਹੁੰਦੇ। ਉਹੀ ਜਗੀਰੂ ਕਦਰਾਂ ਕੀਮਤਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਦੇ ਮਨ ਦੇ ਵਿੱਚ ਵਸੀਆਂ ਵੀ ਆ, ਉਹਨਾਂ ਨੂੰ ਛੱਡ ਨਹੀਂ ਰਹੇ। ਹੋਰ ਉਹ ਆਸ ਕਰਦੇ ਕਿ ਸਾਡੇ ਬੱਚੇ ਵੀ ਸਾਡੇ ਨਾਲ ਸਾਡੀ ਗੱਲ ਸੁਣਨ ਹਨਾ। ਜਦੋਂ ਅੱਗੇ ਹੋਰ ਬਹੁਤ ਸਾਰੇ ਨਾਵਲਾਂ ਦੇ ਵਿੱਚ ਪੀੜੀ ਪਾੜੇ ਦਾ ਜ਼ਿਕਰ ਆਉਂਦਾ ਜਾਂ ਜੋ ਵੀ ਆਉਂਦਾ, ਉਹਦੇ ਵਿੱਚ ਉਹ ਹੋਰ ਬੱਚਿਆਂ ਤੋਂ ਜਾਂ ਹੋਰ ਸਾਰੇ ਪ੍ਰਬੰਧ ਤੋਂ ਆਸ ਕਰਦੇ ਆ, ਪਰੰਤੂ ਆਪ ਜਿਹੜੀਆਂ ਉਹਨਾਂ ਦੀਆਂ ਉਹ ਕਦਰਾਂ ਕੀਮਤਾਂ ਦੀ ਕੁੰਜ, ਮੈਂ ਸਮਝਦਾ ਜਗੀਰੂ ਕਦਰਾਂ ਕੀਮਤਾਂ ਦੀ ਕੁੰਜ ਉਹ ਨਹੀਂ ਲਾਉਂਦੇ। ਰਿਸ਼ਤਿਆਂ ਦੇ ਟੁੱਟਣ ਸਮੇਂ ਜਾਂ ਇਸ ਦਾ ਪ੍ਰਗਟਾਵਾ ਸਾਨੂੰ ਦੇਖਣ ਨੂੰ ਮਿਲਦਾ ਕਿ ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਆ, ਜਾਂ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਉਸਰਦਾ ਉੱਥੇ ਹਨਾ। ਉਹ ਸਾਰੇ ਕਾਸ ਦਾ ਕਾਰਨ ਇਹ ਉਸ ਪ੍ਰਬੰਧ ਦੇ ਵਿੱਚ ਰਹਿੰਦੇ ਹੋਏ ਉਸ ਪ੍ਰਬੰਧ ਦੇ ਨਾਲ ਨਾ ਭਿੱਜਣਾ ਇਹ ਬਣਦਾ ਇਸ ਨਾਵਲ ਦੇ ਵਿੱਚ। ਜਾਂ ਜਰਨੈਲ ਸਿੰਘ ਸੇਖਾ ਨੇ ਆਪਣੇ ਹੋਰ ਦੂਜੇ ਬਾਕੀ ਨਾਵਲਾਂ ਦੇ ਵਿੱਚ ਇਸ ਮਸਲੇ ਨੂੰ ਬੜਾ ਖੂਬਸੂਰਤ ਢੰਗ ਨਾਲ ਉਭਾਰਿਆ। ਮੈਂ ਡਾਕਟਰ ਹਰਿੰਦਰ ਦੀ ਗੱਲ ਨੂੰ ਥੋੜਾ ਜਿਹਾ ਅੱਗੇ ਇਹਨੂੰ ਹੋਰ ਵਿਸਥਾਰ ਨਾਲ ਗੱਲ ਕਰਨੀ ਚਾਹਾਂਗੀ, ਕਿਉਂਕਿ ਅਸੀਂ ਸੇਖਾਂ ਦੇ ਜਿਹੜੇ ਦੁਨੀਆ ਕੈਸੀ ਹੋਈ ਨਾਵਲ ਦੀ ਗੱਲ ਕਰ ਰਹੇ ਹਾਂ, ਉਹ ਕੈਨੇਡੀਅਨ ਨਾਵਲ ਆ। ਤੇ ਕੈਨੇਡਾ ਆਪਣੇ ਆਪ ਵਿੱਚ ਇੱਕ ਬਹੁਤ ਸੱਭਿਆਚਾਰਕ ਦੇਸ਼ ਆ। ਬਹੁਤ ਸੱਭਿਆਚਾਰਕ ਦੇਸ਼ ਵਿੱਚ ਜਦੋਂ ਸਾਰੇ ਧਰਮਾਂ, ਜਾਤਾਂ, ਨਸਲਾਂ ਦੇ ਲੋਕ ਆਪਣੀ ਆਪਣੀ ਸੱਭਿਆਚਾਰ, ਆਪਣੀ ਆਪਣੀਆਂ ਮਾਨਤਾਵਾਂ ਨਾਲ ਰਹਿੰਦੇ ਨੇ, ਉੱਥੇ ਜਿਸ ਗੱਲ ਵੱਲ ਇਸ਼ਾਰਾ ਡਾਕਟਰ ਹਰਿੰਦਰ ਨੇ ਕੀਤਾ ਉਹ ਇਹ ਹੈ ਕਿ ਜਿਹੜੇ ਪ੍ਰਵਾਸੀ ਇੱਥੋਂ ਉੱਥੇ ਬਹੁਤ ਸੱਭਿਆਚਾਰਕ ਦੇਸ਼ ਵਿੱਚ ਜਾਂਦੇ ਨੇ, ਇੱਕ ਪਾਸੇ ਤਾਂ ਉਹ ਭਾਰੂ ਧਿਰ ਤੋਂ ਆਪਣੇ ਲਈ ਬਰਾਬਰਤਾ, ਸਮਾਨਤਾ ਦੀ ਗੱਲ ਕਰਦੇ ਨੇ, ਪਰੰਤੂ ਜਦੋਂ ਉਹਨਾਂ ਦੇ ਜਿਹੜੇ ਅਵਚੇਤਨ ਵਿੱਚ ਸੱਭਿਆਚਾਰਕ ਤੌਰ ਤੇ ਜਿਹੜੀਆਂ ਰੂੜੀਵਾਦੀ ਧਾਰਨਾਵਾਂ ਪਈਆਂ ਹੁੰਦੀਆਂ ਨੇ, ਉਹ ਉਹਨਾਂ ਲਈ ਨਵੀਆਂ ਜਿਹੜੀਆਂ ਮੁਸ਼ਕਲਾਂ ਉਹ ਪੈਦਾ ਕਰ ਰਹੇ ਨੇ। ਉਹ ਜਿਹੜੀਆਂ ਰੂੜੀਵਾਦੀ ਧਾਰਨਾਵਾਂ ਨੇ ਉਹਨਾਂ ਨੂੰ ਉਹ ਤੋੜਨਾ ਨਹੀਂ ਚਾਹੁੰਦੇ, ਜਿਸ ਕਰਕੇ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦੇ ਵਿੱਚ ਇੱਕ ਵੱਡਾ ਡਿਫਰੈਂਸ ਆ ਜਿਹੜਾ ਉਹ ਪੈਦਾ ਹੋ ਰਿਹਾ, ਤੇ ਇਹੀ ਜਿਹੜਾ ਤਣਾਅ ਦਾ ਉੱਥੇ ਕਾਰਨ ਬਣ ਰਿਹਾ, ਤੇ ਜਿਹੜੇ ਬਹੁਤ ਸੱਭਿਆਚਾਰਕ ਸਮਾਜਾਂ ਲਈ ਇਹ ਇੱਕ ਨਵੀਆਂ ਸਮੱਸਿਆਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਡਾਕਟਰ ਸੁਖਪ੍ਰੀਤ ਜੀ, ਜਿਵੇਂ ਅਸੀਂ ਇਸ ਨਾਵਲ ਦੀ ਗੱਲ ਕਰਦੇ ਹਾਂ ਤਾਂ ਪੰਜਾਬੀਆਂ ਦੇ ਵਿੱਚ ਇੱਕ ਵਰਗ ਦੇ ਰੂਪ ਵਿੱਚ ਇੱਕ ਭਾਈਚਾਰਕ ਸਾਂਝ ਹੈ ਉਹ ਬਰਕਰਾਰ ਰਹਿੰਦੀ ਹੈ, ਪਰ ਉੱਥੇ ਕਿਉਂਕਿ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਹੈ, ਮਜ਼ਦੂਰੀ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਹੋੜ ਹੁੰਦੀ ਹੈ ਕਿ ਸਾਨੂੰ ਕੰਮ ਮਿਲੇ ਜਾਂ ਇਸ ਤਰ੍ਹਾਂ ਦਾ ਹੈਗਾ, ਕੀ ਉਹ ਬਰਕਰਾਰ ਰਹਿੰਦੀ ਹੈ ਸਾਂਝ? ਇਸ ਬਾਰੇ ਸਾਨੂੰ ਦੱਸੋ ਜੀ। ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਇਸ ਨਾਵਲ ਦੇ ਸੰਦਰਭ ਵਿੱਚ।
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨਾਵਲ ਦੇ ਵਿੱਚੋਂ ਇਹੀ ਚੀਜ਼ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੀ ਭਾਈਚਾਰਕ ਸਾਂਝ ਆ ਜੀ ਉਹ ਖੇਤ ਮਜ਼ਦੂਰ ਜਿਹੜੇ ਉੱਥੇ ਕੰਮ ਕਰਦੇ ਨੇ ਪ੍ਰਵਾਸੀ ਪੰਜਾਬੀ ਉਹਨਾਂ ਦੇ ਵਿੱਚੋਂ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਅੱਛਾ ਜੀ ਹਾਂ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲ ਦੇ ਕੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੀ ਹਾਂ। ਉਹ ਇਹ ਕਿ ਇਸ ਨਾਵਲ ਦਾ ਪ੍ਰਤੀਨਿਧ ਪਾਤਰ ਜਗਤਾਰ ਹੁੰਦਾ ਗਾ। ਜੀ ਉਹ ਹਰ ਮਤਲਬ ਭਾਗ ਦੇ ਵਿੱਚ ਉਹਦੀ ਕਿਤੇ ਨਾ ਕਿਤੇ ਗੱਲ ਹੋ ਰਹੀ ਹੁੰਦੀ ਹੈ। ਤਾਂ ਜਦੋਂ ਇਹ ਸਾਰੇ ਪਿੱਕਰ ਮਤਲਬ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਨੇ ਉੱਥੇ ਪਿੱਕਰ ਕੰਮ ਕਰਦੇ ਨੇ ਉੱਥੇ ਬੇਰੀਆਂ ਤੋੜਨ ਦਾ, ਤਾਂ ਉਹਨਾਂ ਦੇ ਵਿੱਚ ਜਿਹੜੀ ਡਾਲਰ ਕਮਾਉਣ ਦੀ ਚਾਹਤ ਆ ਜਾਂ ਵਧੇਰੇ ਤੋਂ ਵਧੇਰੇ ਆਪਣੇ ਕੰਮ ਕਰਨ ਦਾ ਹੋਆ ਉਹ ਇਸ ਕਦਰ ਵੱਧ ਜਾਂਦੀ ਆ ਕਿ ਉਹ ਆਪਣੀ ਜਿਹੜੀ ਸਾਂਝ ਆ ਜਾਂ ਮਾਨਵੀ ਜਿਹੜੇ ਉਹਨਾਂ ਦੇ ਅੰਦਰਲੇ ਗੁਣ ਨੇ, ਇੱਕ ਮਨੁੱਖਤਾ ਦੇ ਦੂਜੇ ਮਨੁੱਖ ਪ੍ਰਤੀ ਹਮਦਰਦੀ ਆ, ਉਹ ਖਤਮ ਹੁੰਦੀ ਆ। ਇੱਕ ਬਜ਼ੁਰਗ ਪਾਤਰ ਹੁੰਦਾ ਹੈ ਚੜ੍ਹਤ ਸਿੰਘ। ਉਹ ਆਪਣੀ ਧੀ ਤੇ ਜਵਾਈ ਦੇ ਥਰੂ ਕੈਨੇਡਾ ਵਿੱਚ ਪ੍ਰਵਾਸ ਕਰਦਾ, ਲੇਕਿਨ ਉਹਦਾ ਮਤਲਬ ਜਿਹੜਾ ਉੱਥੇ ਜਾ ਕੇ ਉਹਦੇ ਮਾਨਸਿਕਤਾ ਉਹ ਕਿਸੇ ਹੋਰ ਤਰੀਕੇ ਨਾਲ ਬਦਲ ਜਾਂਦੀ ਹੈ। ਚੜ੍ਹਤ ਸਿੰਘ ਨੂੰ ਮਤਲਬ ਉਹਦੇ ਧੀ ਤੇ ਜਵਾਈ ਵੱਲੋਂ ਕਾਫੀ ਮਾਨਸਿਕ ਜਿਹੜਾ ਦਬਾਅ ਪਾ ਕੇ ਕੰਮ ਕਰਵਾਇਆ ਜਾਂਦਾ, ਲੇਕਿਨ ਜਦੋਂ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਹੁੰਦਾ ਗਾ ਤਾਂ ਜਿਹੜੇ ਬਾਕੀ ਪਿੱਕਰ ਹੁੰਦੇ ਭਾਵੇਂ ਕਿ ਉਹ ਆਪਣੇ ਕੰਮ ਕਰਦੇ ਸਮੇਂ ਆਪਦੀਆਂ ਗੱਲਾਂ ਕਰਦੇ ਰਹਿੰਦੇ ਨੇ, ਪਰ ਜਦੋਂ ਗੱਲ ਕਿਸੇ ਦੇ ਦੁੱਖ ਦਰਦ ਦੀ ਜਾਂ ਕਿਸੇ ਦੇ ਉਹਨੂੰ ਭਾਵਨਿਕ ਤੌਰ ਤੇ ਸਮਝਣ ਦੀ ਆਉਂਦੀ ਆ, ਉਦੋਂ ਉਹਨਾਂ ਦੇ ਅੰਦਰ ਜਿਹੜੇ ਮਾਨਵੀ ਗੁਣ ਹੁੰਦੇ ਉਹ ਖਤਮ ਹੋ ਜਾਂਦੇ ਨੇ। ਇੱਕ ਦਿਨ ਕੀ ਹੁੰਦਾ, ਇਹਦਾ ਇੱਕ ਮਤਲਬ ਦੋ ਇਹਦੇ ਭਾਗ ਨੇ। ਇੱਕ ਦਾ ਨਾਮ ਹੈ ਫਲੈਟੋ ਫਲੈਟੀ। ਉਹਦੇ ਵਿੱਚ ਕੀ ਹੁੰਦਾ, ਜਿਹੜੇ ਪ੍ਰਵਾਸੀ ਪੰਜਾਬੀ ਮਜ਼ਦੂਰ ਹੁੰਦੇ ਨੇ ਉਹ ਆਪਸ ਵਿੱਚ ਕੰਮ ਕਰਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਆ, ਹੁਣ ਇਸ ਦਾ ਨਾ ਹੀ ਫਲੈਟੋ ਫਲੈਟੀ ਆ। ਤਾਂ ਇਸ ਤਰ੍ਹਾਂ ਕੰਮ ਕਰਨ ਦੀ ਉਹਨਾਂ ਦੇ ਅੰਦਰ ਉਹ ਪੈਦਾ ਹੁੰਦੀ ਆ ਕਿ ਉਹ ਆਪਸ ਵਿੱਚ ਇੰਨਾ ਲੜਨ ਝਗੜਨ ਲੱਗ ਜਾਂਦੇ ਆ, ਖਿੱਚੋਤਾਣ ਪੈਦਾ ਹੋ ਜਾਂਦੀ ਹੈ ਕਿ ਇੱਕ ਦੂਸਰੇ ਨਾਲ ਫਲੈਟੋ ਫਲੈਟੀ ਹੋਣ ਲੱਗ ਜਾਂਦੀ ਹੈ, ਧੱਕਾ ਮੁੱਕੀ ਵਾਲਾ ਕੰਮ ਕਰਦੇ ਆ। ਬਸ ਗੱਡੀ ਚ ਉਤਰਨ ਸਾਰ ਸਭ ਤੋਂ ਪਹਿਲਾਂ ਉਹ ਖੇਤਾਂ ਵਾਲੇ ਇਸ ਤਰੀਕੇ ਨਾਲ ਭੱਜਦੇ ਆ ਕਿ ਕਿਹੜੀ ਰੋ ਉਹਨਾਂ ਨੇ ਪਹਿਲਾਂ ਮੱਲਣੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਬੇਰ ਹੋਣ ਜਾਂ ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਡਾਲਰਾਂ ਦੀ ਕਮਾਈ ਹੋ ਸਕੇ। ਇਸ ਤਰੀਕੇ ਦੀ ਜਿਹੜੀ ਉਹਨਾਂ ਦੇ ਅੰਦਰ ਖਿੱਚੋਤਾਣ ਆ ਇੱਕ ਦੂਜੇ ਤੋਂ ਅੱਗੇ ਵਧਣ ਦੀ, ਉਹ ਬੜੀ ਮਤਲਬ ਉਹਨਾਂ ਦੀ ਸਾਂਝ ਨੂੰ ਕਿਤੇ ਨਾ ਕਿਤੇ ਖਤਮ ਕਰਦੀ ਹੈ। ਇੱਕ ਦੂਸਰਾ ਇਹ ਹੈਗਾ ਗਾ ਚੜ੍ਹਤ ਸਿੰਘ ਜਿਹਦੀ ਮੈਂ ਗੱਲ ਕੀਤੀ ਹੈ, ਉਹਦੇ ਇਸ ਮਤਲਬ ਉਸ ਨੂੰ ਐਕਸਪਲੇਨ ਕਰਦਾ ਹੋਇਆ ਭਾਗ ਹੈ ਅੰਕਲ ਰੋ ਵਿੱਚੋਂ ਤਿਲਕ ਗਿਆ। ਚੜ੍ਹਤ ਸਿੰਘ ਕਿਉਂਕਿ ਇੱਕ ਕਾਫੀ ਬਜ਼ੁਰਗ ਹੁੰਦਾ ਹੈ, ਜਦੋਂ ਉਸਦੀ ਇੱਕ ਦਿਨ ਉਹ ਅਚਾਨਕ ਕੰਮ ਕਰਦਾ ਹੋਇਆ ਖੇਤਾਂ ਦੇ ਵਿੱਚ ਮਤਲਬ ਉਹ ਡਿੱਗ ਜਾਂਦਾ ਆਪਣੀ ਰੋ ਦੇ ਵਿੱਚ, ਤੇ ਇੱਕ ਨੌਜਵਾਨ ਬਜ਼ੁਰਗ ਮੁੰਡਾ ਉਹਨੂੰ ਦੇਖਦਿਆਂ ਹੋਇਆ ਆਵਾਜ਼ ਮਾਰਦਾ ਕਿ ਅੰਕਲ ਰੋ ਵਿੱਚੋਂ ਤਿਲਕ ਗਿਆ, ਉਹਦੀ ਕੋਈ ਮਦਦ ਲਈ ਆਵੇ। ਸਾਰੇ ਜਿਹੜੇ ਪਿੱਕਰ ਇੱਕ ਵਾਰ ਮਤਲਬ ਸਿਰ ਚੱਕ ਕੇ ਦੇਖਦੇ ਨੇ ਔਰ ਉਸ ਤੋਂ ਬਾਅਦ ਕੋਈ ਵੀ ਉਹਦੀ ਸਹਾਇਤਾ ਲਈ ਨਹੀਂ ਜਾਂਦਾ, ਉਹ ਉੱਥੇ ਪਿਆ ਹੀ ਆਪਣੇ ਜਿਹੜੇ ਸਵਾਸ ਆ ਉਹ ਤਿਆਗ ਦਿੰਦਾ ਹੈ। ਮਤਲਬ ਇਸ ਤਰੀਕੇ ਦੇ ਜਿਹੜੇ ਉਹਨਾਂ ਦੇ ਅੰਦਰ ਮਾਨਵੀ ਗੁਣ ਨੇ ਉਹ ਖਤਮ ਹੋ ਗਏ ਔਰ ਉਹਨਾਂ ਦੀ ਜਿਹੜੀ ਸਾਂਝ, ਜਿਹੜੇ ਪੰਜਾਬੀਆਂ ਨੂੰ ਅਸੀਂ ਸਹਾਇਤਾ ਲਈ ਤਤਪਰ ਰਹਿਣ ਵਾਲੇ ਸਮਝਦੇ ਸੀ, ਉੱਥੇ ਉਹ ਮਜਬੂਰੀ ਵਸ ਜਾਂ ਉਸ ਪੂੰਜੀਵਾਦ ਸਮਾਜ ਦੀ ਚਮਕ ਦਮਕ ਤੇ ਡਾਲਰ ਕਮਾਉਣ ਦੀ ਚਾਹਤ ਕਾਰਨ ਖਤਮ ਹੋ ਗਈ। ਉਹ ਸਾਂਝਾਂ ਕਿਤੇ ਨਾ ਕਿਤੇ ਵਿਖਰ ਗਈਆਂ ਨੇ। ਬਿਲਕੁਲ ਡਾਕਟਰ ਸੁਖਪ੍ਰੀਤ ਜੀ, ਤੁਸੀਂ ਬਹੁਤ ਅੱਛੀ ਗੱਲ ਕੀਤੀ ਆ। ਅੱਛਾ, ਤੁਹਾਡੀ ਪਹਿਲਾਂ ਤੁਸੀਂ ਗੱਲ ਕਰਦੇ ਸੀ ਬਹੁਤ ਸੱਭਿਆਚਾਰਵਾਦ ਦੀ, ਆਪਾਂ ਗੱਲ ਕੀਤੀ ਹੈ ਇਸ ਨਾਵਲ ਦੇ ਸੰਦਰਭ ਦੇ ਵਿੱਚ, ਤਾਂ ਤੁਹਾਡਾ ਬਹੁਤ ਸੱਭਿਆਚਾਰਵਾਦ ਤੇ ਕੰਮ ਵੀ ਅੱਛੀ ਪਕੜ ਹੈ ਤੁਹਾਡੀ। ਮੈਂ ਚਾਹਾਂਗਾ ਸਾਡੇ ਪਾਠਕਾਂ ਲਈ ਜਾਂ ਸਰੋਤਿਆਂ ਲਈ ਬਹੁਤ ਸੱਭਿਆਚਾਰਵਾਦ ਬਾਰੇ ਗੱਲ ਕਰਦੇ ਹੋਏ ਤੁਸੀਂ ਇਹ ਦੱਸੋ ਕਿ ਜਿਹੜਾ ਬਹੁਤ ਸੱਭਿਆਚਾਰ ਦਾ ਕਨਸੈਪਟ ਆ, ਇਸ ਨੂੰ ਜਿਹੜਾ ਬਹੁਤ ਸਾਰੇ ਵਿਦਵਾਨਾਂ ਆਲੋਚਕਾਂ ਨੇ ਇਹ ਮੰਨਿਆ ਕਿ ਕਿਤੇ ਨਾ ਕਿਤੇ ਜਾ ਕੇ ਪੂੰਜੀਵਾਦ ਦੇ ਹੱਕ 'ਚ ਭੁਗਤਦਾ, ਜਾਂ ਆਮ ਮਨੁੱਖ ਲਈ ਇਹਦੇ ਵਿੱਚ ਜਾਂ ਪ੍ਰਵਾਸੀ ਪੰਜਾਬੀਆਂ ਲਈ ਬਹੁਤ ਸੱਭਿਆਚਾਰਵਾਦ 'ਚ ਕਿੰਨੀ ਕੁ ਸਪੇਸ ਆ? ਕੀ ਜਰਨੈਲ ਸਿੰਘ ਸੇਖਾ ਜਾਂ ਕੋਈ ਹੋਰ ਪ੍ਰਵਾਸੀ ਨਾਵਲਕਾਰ ਇਸ ਬਹੁਤ ਸੱਭਿਆਚਾਰਵਾਦ ਦੇ ਕਨਸੈਪਟ ਨੂੰ ਆਪਦੇ ਨਾਵਲਾਂ 'ਚ ਉਭਾਰ ਰਹੇ ਨੇ? ਪੰਜਾਬੀ ਪ੍ਰਵਾਸੀਆਂ ਲਈ ਸਪੇਸ ਕਿੰਨੀ ਕੁ ਦੇ ਰਹੇ ਨੇ ਉਹ? ਇਹਦੇ ਬਾਰੇ ਤੁਸੀਂ ਜ਼ਰੂਰ ਗੱਲ ਕਰੋ। ਜੀ ਹਰਿੰਦਰ, ਬਹੁਤ ਸੱਭਿਆਚਾਰਵਾਦ ਨੂੰ ਮੈਂ ਮੋਟੇ ਰੂਪ ਵਿੱਚ ਸਿੱਧੇ ਸ਼ਬਦਾਂ ਵਿੱਚ ਉਹਨੂੰ ਬਿਆਨ ਕਰਨਾ ਹੋਵੇ ਤਾਂ ਉਹਦੇ ਤੋਂ ਭਾਵ ਹੈ ਕਿਸੇ ਸਮਾਜ ਵਿੱਚ ਰਹਿ ਰਹੇ ਲੋਕਾਂ ਦੇ ਸੱਭਿਆਚਾਰਾਂ ਦੇ ਆਪਸੀ ਬਖਰੇਵੇਂ ਤੇ ਉਹਨਾਂ ਦੇ ਅੰਤਰ ਸੰਬੰਧਾਂ ਦਾ ਜਿਹੜੀ ਆਈਡੀਓਲੋਜੀ ਉਹਨਾਂ ਦਾ ਬੋਧ ਕਰਵਾਉਂਦੀ ਆ, ਉਹਨੂੰ ਅਸੀਂ ਬਹੁਤ ਸੱਭਿਆਚਾਰਵਾਦ ਕਹਿੰਦੇ ਹਾਂ। ਤਾਂ ਕੈਨੇਡਾ ਇੱਕ ਅਜਿਹਾ ਮੁਲਕ ਆ, ਦੁਨੀਆ ਦਾ ਇੱਕ ਅਜਿਹਾ ਮੁਲਕ ਆ ਜਿਹਨੇ ਸਭ ਤੋਂ ਪਹਿਲਾਂ ਮਲਟੀਕਲਚਰਲਿਜ਼ਮ ਥਿਊਰੀ ਨੂੰ ਅਡਾਪਟ ਕੀਤਾ ਸੀ 1988 ਦੇ ਵਿੱਚ।
ਇਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਵਧੇਰੇ ਵਰਗ ਆ ਜਿਹੜੇ ਪ੍ਰਵਾਸੀ ਲੋਕਾਂ ਦੇ ਰਹਿੰਦੇ ਨੇ, ਉਹਨਾਂ ਨੂੰ ਪੂਰਨ ਹੱਕ ਹੈ ਉਹ ਆਪਣੇ ਸੱਭਿਆਚਾਰ ਅਨੁਸਾਰ, ਆਪਣੀ ਭਾਸ਼ਾ ਅਨੁਸਾਰ, ਆਪਣੇ ਰਹਿਣ ਸਹਿਣ ਅਨੁਸਾਰ, ਆਪਣੇ ਰੀਤਾਂ ਰਿਵਾਜਾਂ ਅਨੁਸਾਰ ਰਹਿ ਸਕਦੇ ਨੇ। ਠੀਕ ਹੈ, ਲੇਕਿਨ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਉਹ ਬਰਕਰਾਰ ਰਹਿੰਦੇ ਆ ਜਾਂ ਉਹਨਾਂ ਨੂੰ ਸਪੇਸ ਮਿਲਦੀ ਆ, ਇਹ ਦੋਨਾਂ ਧਿਰਾਂ ਉੱਤੇ ਡਿਪੈਂਡ ਆ। ਇਹ ਕਿਵੇਂ, ਹੁਣ ਇਹਦੇ ਦੋ ਪਹਿਲੂ ਨੇ। ਇੱਕ ਪਹਿਲੂ ਉਹ ਆ ਕਿ ਜਿਹੜੀ ਡੋਮੀਨੇਟ ਧਿਰ ਆ, ਭਾਰੂ ਧਿਰ, ਜਿਹੜੀ ਉੱਥੋਂ ਦੀ ਸਥਾਪਿਤ ਧਿਰ ਆ, ਕਿਤੇ ਨਾ ਕਿਤੇ ਲੁਕਵੇਂ ਰੂਪ ਵਿੱਚ ਉਹ ਘੱਟ ਗਿਣਤੀ ਵਾਲੇ ਪ੍ਰਵਾਸੀ ਵਰਗਾਂ ਨੂੰ ਪ੍ਰਭਾਵਿਤ ਕਰਦੀ ਆ। ਉਹਨਾਂ ਦੀ ਨਵੀਂ ਪੀੜ੍ਹੀ ਨੂੰ ਭਾਸ਼ਾ ਦੇ ਐਂਗਲ ਤੋਂ ਆਪਣੇ ਵੱਲ ਖਿੱਚ ਰਹੀ ਆ, ਖਾਣ ਪੀਣ ਦੇ ਪਹਿਰਾਵੇ ਦੇ ਐਂਗਲ ਤੋਂ। ਠੀਕ ਹੈ, ਦੂਸਰੀ ਇੱਕ ਪ੍ਰਵਾਸੀ ਧਿਰ ਆ ਜਿਨ੍ਹਾਂ ਨੇ ਨਸਲੀ ਵਿਤਕਰੇ ਦੇ ਵਿਰੁੱਧ ਆਵਾਜ਼ਾਂ ਉਠਾ ਕੇ ਜਾਂ ਹੋਰ ਸੰਘਰਸ਼ ਕਰਕੇ ਆਪਣੇ ਲਈ ਸਮਾਨਤਾ ਦੇ ਅਧਿਕਾਰ ਤਾਂ ਪ੍ਰਾਪਤ ਕਰ ਲਏ, ਲੇਕਿਨ ਆਪਣੇ ਅੰਦਰੋਂ, ਆਪਣੇ ਅਵਚੇਤਨਾ ਅੰਦਰੋਂ ਜਾਤ ਪਾਤ ਵਰਗੀਆਂ ਜਿਹੜੀਆਂ ਰੂੜੀਵਾਦੀ ਕਦਰਾਂ ਕੀਮਤਾਂ ਉਹਨਾਂ ਦਾ ਮਤਲਬ ਕੱਢ ਨਹੀਂ ਸਕੀਆਂ। ਜਿਸ ਕਰਕੇ ਦੋਨੇ ਧਿਰਾਂ ਤੇ ਡਿਪੈਂਡ ਆ ਕਿ ਉਹਨਾਂ ਨੇ ਉਸ ਸਮਾਜ ਦੇ ਵਿੱਚ ਚੱਲ ਰਹੇ ਸੰਘਰਸ਼ ਨੂੰ ਕਿਸ ਤਰੀਕੇ ਨਾਲ ਲੈਣਾ ਹੈ। ਜੀ ਡਾਕਟਰ ਸੁਖਪ੍ਰੀਤ ਜੀ, ਜਿਸ ਤਰ੍ਹਾਂ ਮਜ਼ਦੂਰਾਂ ਦੀ ਗੱਲ ਕਰਦਾ ਇਹ ਨਾਵਲ ਹੈ, ਸੋ ਮਜ਼ਦੂਰ, ਖੇਤੀ ਮਜ਼ਦੂਰਾਂ ਦੀ ਜ਼ਿਆਦਾ ਗੱਲ ਕਰਦਾ ਹੈ। ਜਿੱਥੇ ਮਜ਼ਦੂਰੀ ਦੀ ਗੱਲ ਆਉਂਦੀ ਹੈ ਉੱਥੇ ਆਮ ਤੌਰ ਤੇ ਮਜਬੂਰੀਆਂ ਦੀ ਗੱਲ ਵੀ ਆਉਂਦੀ ਹੈ, ਕਿਉਂਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਮਤਲਬ ਹਾਲਾਤ ਪੈਦਾ ਹੁੰਦੇ ਜਿੱਥੇ ਅਸੀਂ ਮਜਬੂਰ ਹੋ ਜਾਂਦੇ ਹਾਂ, ਜੋ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਨਹੀਂ ਹੁੰਦਾ। ਸੋ ਜਰਨੈਲ ਸਿੰਘ ਸੇਖਾ ਨੇ ਇਸ ਨਾਵਲ ਦੇ ਵਿੱਚ ਕੁਝ ਇਹੋ ਜਿਹਾ ਵੀ ਬਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚੋਂ ਇਹ ਮਨੁੱਖ ਦੀਆਂ ਜਿਹੜੀਆਂ ਮਜਬੂਰੀਆਂ ਹੈਗੀਆਂ ਉਹਨਾਂ ਨੂੰ ਉਭਾਰਿਆ ਹੋਵੇ। ਉਹ ਕਿੰਨੇ ਕਾਮਯਾਬ ਹੋਏ ਆ ਇਸ ਨੂੰ ਗੱਲ ਕਹਿਣ ਦੇ ਵਿੱਚ ਆਪਣੀ, ਇਸ ਬਾਰੇ ਦੱਸੋ। ਜੀ ਅਮਰ ਜੀ, ਬਿਲਕੁਲ ਜਰਨੈਲ ਸਿੰਘ ਸੇਖਾ ਨੇ ਆਪਣੇ ਇਸ ਨਾਵਲ ਦੇ ਵਿੱਚ ਮਜਬੂਰੀਆਂ ਜਿਹੜਾ ਇੱਕ ਵਿਸ਼ਾ ਹੈ, ਮਜਬੂਰੀ ਨੂੰ ਵੀ ਉਭਾਰਨ ਦੀ ਕੋਸ਼ਿਸ਼ ਕੀਤੀ ਆ ਖੇਤ ਮਜ਼ਦੂਰਾਂ ਦੇ ਕਨਸੈਪਟ ਤੋਂ ਹੀ। ਇਹਦੇ ਵਿੱਚ ਇੱਕ ਭਾਗ ਦਾ ਨਾਮ ਹੈਗਾ, ਕਾਂਡ ਦਾ ਨਾਮ ਹੈ ਦੀਵਾਲੀ ਵਾਲੀ ਰਾਤ, ਕਿ ਪ੍ਰਵਾਸੀ ਮਜ਼ਦੂਰ ਕੰਮਾਂ ਦੇ ਤੋਂ ਥੋੜਾ ਜਿਹਾ ਵਿਹਲਾ ਹੋ ਕੇ ਜਦੋਂ ਉਹਨਾਂ ਦਾ ਦੀਵਾਲੀ ਫੈਸਟੀਵਲ ਦਾ ਜਿਨ੍ਹਾਂ ਦਿਨਾਂ ਦੇ ਵਿੱਚ ਆਉਂਦਾ ਤਿਉਹਾਰ, ਉਹਨਾਂ ਦਿਨਾਂ ਵਿੱਚ ਉਹ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੁੰਦੇ ਨੇ। ਲੇਕਿਨ ਉਸ ਰਾਤ ਕੀ ਹੁੰਦਾ ਗਾ ਕਿ ਅਚਾਨਕ ਅਗਲੇ ਕੁਝ ਦਿਨਾਂ ਵਿੱਚ ਸਨੋ ਜ਼ਿਆਦਾ ਪੈਣ ਵਾਲੀ ਹੁੰਦੀ ਆ, ਤੇ ਠੇਕੇਦਾਰ ਜਿਹੜਾ ਹੁੰਦਾ ਉਹਨੂੰ ਇਸ ਗੱਲ ਦੀ ਚਿੰਤਾ ਹੋ ਜਾਂਦੀ ਹੈ ਕਿ ਜੇ ਸਨੋ ਪੈ ਗਈ ਤਾਂ ਉਹਦਾ ਜਿਹੜਾ ਜਿੰਨੀ ਵੀ ਫਸਲ ਆ ਉਹ ਬਰਬਾਦ ਹੋ ਜੂਗੀ। ਤਾਂ ਸਿਰਫ ਉਹ ਆਪਣੇ ਲਾਲਚ ਨੂੰ ਦੇਖਦਿਆਂ ਹੋਇਆ ਸਾਰੇ ਖੇਤ ਮਜ਼ਦੂਰਾਂ ਪਿੱਕਰਾਂ ਨੂੰ ਫੋਨ ਕਰਦਾ ਕਿ ਇਸ ਰਾਤ ਨੂੰ ਆਪਾਂ ਇਹ ਕੰਮ ਕਰਨਾ ਅਗਲੀ ਸਵੇਰ ਤੇ ਇਸ ਰਾਤ ਦੇ ਵਿੱਚ। ਤਾਂ ਉਹਨਾਂ ਨੂੰ ਮਜਬੂਰਨ ਆਪਣਾ ਜਿਹੜਾ ਇਸ ਤਰੀਕੇ ਦਾ, ਕਿਉਂਕਿ ਪ੍ਰਵਾਸੀ ਜਿਹੜੇ ਉੱਥੇ ਲੋਕ ਗਏ ਹੋਏ ਆ ਉਹਨਾਂ ਲਈ ਉੱਥੇ ਰਹਿਣ ਲਈ, ਸਰਵਾਈਵ ਕਰਨ ਲਈ ਪੈਸਾ ਕਮਾਉਣਾ, ਡਾਲਰ ਕਮਾਉਣਾ ਵੀ ਉਹਨਾਂ ਦੀ ਇੱਕ ਮਜਬੂਰੀ ਹੈ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਗਿਣਤੀ ਹਜੇ ਉੱਥੇ ਅਲੱਗ-ਅਲੱਗ ਬੇਸਮੈਂਟਾਂ 'ਚ ਰਹਿ ਰਹੇ ਨੇ, ਗੈਰ ਕਾਨੂੰਨੀ ਪ੍ਰਵਾਸ ਨਾਲ ਗਏ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਨੇ। ਉਹਨਾਂ ਦੀ ਉਹ ਮਜਬੂਰੀ ਹੁੰਦੀ ਹੈ, ਉਹ ਉਸ ਠੇਕੇਦਾਰ ਨੂੰ ਨਾ ਨਹੀਂ ਕਰ ਪਾਉਂਦੇ ਕਿ ਉਹਨਾਂ ਨੇ ਆਪਣਾ ਤਿਉਹਾਰ ਮਨਾਉਣਾ, ਪਰੰਤੂ ਉਹਦੇ ਬਾਵਜੂਦ ਵੀ ਆਪਣੇ ਦੀਵਾਲੀ ਦੇ ਤਿਉਹਾਰ ਨੂੰ ਛੱਡ ਕੇ ਉਹ ਮਜਬੂਰਨ ਖੇਤਾਂ ਵਿੱਚ ਜਾਂਦੇ ਨੇ ਤੇ ਫਿਰ ਆਪਣੇ ਪ੍ਰੋਗਰਾਮ ਨੂੰ ਸੰਗਠਿਤ ਕਰਦੇ ਨੇ। ਉੱਥੇ ਜਾ ਕੇ ਸਨੋ ਦੇ ਬਾਵਜੂਦ ਵੀ ਉਹ ਡਾਲਰ ਕਮਾਉਣ ਦੀ ਚਾਹਤ ਜਾਂ ਮਜਬੂਰੀ, ਦੋ ਚੀਜ਼ਾਂ ਕਹੂੰਗੀ, ਇੱਕ ਉਹਨਾਂ ਦੀਆਂ ਲੋੜਾਂ ਜਾਂ ਮਜਬੂਰੀਆਂ, ਇਹਨਾਂ ਦੇ ਕਾਰਨ ਉਹਨਾਂ ਨੂੰ ਮਜਬੂਰਨ ਖੇਤਾਂ ਵਿੱਚ ਕੰਮ ਕਰਨਾ ਪੈਂਦਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪਾਰਟ ਨੇ ਜਿਨ੍ਹਾਂ ਦੇ ਵਿੱਚ ਉਹ ਮਜਬੂਰੀ ਬਸ ਇਹ ਕੰਮ ਕਰਦੇ ਨੇ। ਡਾਕਟਰ ਸੁਖਪ੍ਰੀਤ ਜੀ, ਜਿਸ ਤਰ੍ਹਾਂ ਇੱਕ ਕਹਾਣੀ ਦੀ ਗੱਲ ਹੋਵੇ ਤਾਂ ਉਹ ਥੋੜੇ ਜਿਹੇ ਪਲਾਟ ਦੇ ਵਿੱਚ ਸਿਮਟ ਜਾਂਦੀ ਹੈ। ਜਦੋਂ ਅਸੀਂ ਨਾਵਲ ਦੀ ਗੱਲ ਕਰਦੇ ਹਾਂ ਤਾਂ ਉਹ ਕੈਨਵਸ ਵੱਡਾ ਹੁੰਦਾ ਹੈ, ਜ਼ਰੂਰੀ ਨਹੀਂ ਕਿ ਇੱਕ ਪੱਖ ਹੀ ਲਿਆ ਜਾਵੇ, ਬਹੁਤ ਸਾਰੇ ਪੱਖ ਉਹਦੇ ਵਿੱਚ ਲੈਣੇ ਪੈਂਦੇ ਆ। ਜਿਵੇਂ ਆਪਾਂ ਗੱਲ ਕੀਤੀ ਹੈ ਕਿ ਖੇਤ ਮਜ਼ਦੂਰਾਂ ਦੀ ਗੱਲ ਇਸ ਨਾਵਲ ਦੇ ਵਿੱਚ ਸੇਖਾ ਜੀ ਨੇ ਕੀਤੀ ਹੈ, ਪਰ ਉਹਦੇ ਨਾਲ ਹੋਰ ਪੱਖ ਵੀ ਹੋਣਗੇ ਕਿਉਂਕਿ ਨਾਵਲ ਦੀ ਗੱਲ ਹੈ। ਕਹਾਣੀ ਹੁੰਦੀ ਤਾਂ ਅਸੀਂ ਕਹਿੰਦੇ ਕਿ ਉਹਨਾਂ ਪੱਖ ਉਹਨਾਂ ਨੇ ਛੂਹਿਆ ਤੇ ਛੱਡ ਦਿੱਤਾ, ਪਰ ਨਾਵਲ ਦੇ ਵਿੱਚ ਤਾਂ ਬਹੁਤ ਸਾਰਾ ਸਾਨੂੰ ਕਰਨਾ ਪੈਂਦਾ। ਇਹਦੇ ਵਿੱਚ ਉਹਨਾਂ ਨੇ ਹੋਰ ਕਿਹੜੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਹੈ? ਜਿਹੜਾ ਇਸ ਨਾਵਲ ਦੇ ਵਿੱਚ ਹੋਰ ਜਿਹੜੇ ਵਿਸ਼ੇ ਨੇ, ਗੌਣ ਵਿਸ਼ੇ, ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਮੈਨੂੰ ਲੱਗਦਾ ਗਾ, ਮੇਰੀ ਸਮਝ ਦੇ ਮੁਤਾਬਕ, ਉਹ ਹੈਗਾ ਗਾ ਭੂ ਹੇਰਵੇ ਦਾ ਵਿਸ਼ਾ। ਪ੍ਰਵਾਸੀ ਪੰਜਾਬੀਆਂ ਦੇ ਸੰਦਰਭ ਦੇ ਵਿੱਚ ਇਹ ਸਭ ਤੋਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਜਦੋਂ ਵੀ ਉਹ ਇੱਥੋਂ ਪ੍ਰਵਾਸ ਕਰਦੇ ਨੇ ਤਾਂ ਉਹਨਾਂ ਦੇ ਅੰਦਰ ਆਪਣੀ ਮਿੱਟੀ ਨੂੰ ਲੈ ਕੇ, ਆਪਣੀ ਜਨਮ ਭੂਮੀ ਨੂੰ ਲੈ ਕੇ ਭੂ ਹੇਰਵੇ ਦਾ ਜਿਹੜਾ ਇੱਕ ਹੈਗੀ ਤਿੰਨ ਉਹ ਪੈਦਾ ਹੋ ਜਾਂਦੀ ਹੈ। ਤਾਂ ਜਰਨੈਲ ਸਿੰਘ ਸੇਖਾ ਨੇ ਹਰ ਕਾਂਡ ਦੇ ਵਿੱਚ ਜਿੰਨੇ ਵੀ ਗੱਲ ਕੀਤੀ ਆ, ਉਹ ਹਰ ਪਾਤਰ, ਭਾਵੇਂ ਚੜ੍ਹਤ ਸਿੰਘ ਹੋਵੇ, ਜਗਤਾਰ ਸਿੰਘ ਹੋਵੇ, ਜਸਮੇਲ ਸਿੰਘ ਹੋਵੇ, ਜੋਗਿੰਦਰ ਸਿੰਘ ਹੋਵੇ, ਉਹਨਾਂ ਦੇ ਨਾਲ ਨਾਲ ਇਸ ਮਾਨਸਿਕਤਾ ਨੂੰ ਵੀ ਉਭਾਰਿਆ
ਕਿ ਉਹ ਆਪਣੀ ਮਿੱਟੀ ਪ੍ਰਤੀ, ਆਪਣੀ ਜਨਮ ਭੂਮੀ ਪ੍ਰਤੀ, ਜਿੱਥੇ ਉਹਨਾਂ ਨੇ ਜ਼ਿੰਦਗੀ ਦੇ 2/3 ਹਿੱਸਾ ਗੁਜ਼ਾਰਿਆ ਹੁੰਦਾ, ਉੱਥੇ ਉਹਦੇ ਪ੍ਰਤੀ ਕਿੰਨਾ ਹੇਰਵਾ ਪੈਦਾ ਹੁੰਦਾ। ਹੁਣ ਮੈਂ ਇਹਦੀ ਐਗਜ਼ਾਮਪਲ ਦੇਣਾ ਚਾਹੂੰਗੀ, ਜਦੋਂ ਚੜ੍ਹਤ ਸਿੰਘ ਦੇ ਧੀ ਤੇ ਜਵਾਈ ਉਹਨੂੰ ਇੱਥੋਂ ਕੈਨੇਡਾ ਬੁਲਾਉਂਦੇ ਨੇ, ਉਸ ਤੋਂ ਬਾਅਦ ਉਹਨੂੰ ਭਾਵਨਾਤਮਿਕ ਤੌਰ ਤੇ ਉਹਦੇ ਨਾਲ ਸਾਂਝ ਬਣਾ ਕੇ ਉਹਨੂੰ ਪੰਜਾਬ ਵਿਚਲੀ ਜ਼ਮੀਨ ਵੇਚਣ ਲਈ ਕਹਿੰਦੇ ਨੇ ਤਾਂ ਜੋ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਜਦੋਂ ਚੜ੍ਹਤ ਸਿੰਘ ਆਪਣੀ ਜ਼ਮੀਨ ਵੇਚਦਾ ਹੈ, ਜ਼ਮੀਨ ਵੇਚਣ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਉਹ ਔਂਤ ਹੋ ਗਿਆ ਹੋਵੇ ਜੀ, ਉਹਦਾ ਸਭ ਕੁਝ ਖਤਮ ਹੋ ਗਿਆ ਹੋਵੇ। ਜਿਸ ਪੰਜਾਬ ਦੀ ਧਰਤੀ ਤੇ, ਜਿੱਥੇ ਪੁਰਖਿਆਂ ਦੀ ਧਰਤੀ ਤੇ ਉਹ ਜੰਮਿਆ ਪਲਿਆ, ਜਿੱਥੇ ਉਹਦੀਆਂ ਜੜ੍ਹਾਂ ਸੀ, ਉਹਨੂੰ ਇੰਝ ਲੱਗਦਾ ਹੁਣ ਉਹ ਆਪਣੀਆਂ ਜੜ੍ਹਾਂ ਤੋਂ ਬੇਮੁਖ ਹੋ ਗਿਆ। ਠੀਕ ਹੈ। ਔਰ ਦੂਸਰੇ ਪਾਸੇ ਜਦੋਂ ਉਹ ਉੱਥੇ ਰਹਿੰਦਾ ਹੈ ਤਾਂ ਆਪਣੇ ਇਸ ਦਰਦ ਨੂੰ ਬਿਆਨ ਕਰਨ ਲਈ ਆਪਣੇ ਬਜ਼ੁਰਗ ਦੋਸਤਾਂ ਨਾਲ ਜਦੋਂ ਗੱਲ ਕਰਦਾ ਤਾਂ ਉਹ ਕਹਿੰਦਾ ਹੈ ਵੀ ਵੀਰਿਆ, ਕਾਹਦੀ ਕੈਨੇਡਾ ਦੀ ਜ਼ਿੰਦਗੀ, ਕੈਨੇਡਾ ਤਾਂ ਨਰਕ ਨਾਲੋਂ ਭੈੜੀ ਜ਼ਿੰਦਗੀ ਹੈ। ਇਹ ਜਿਹੜਾ ਹੁਣ ਲੇਖਕ ਵੱਲੋਂ ਪਾਤਰ ਦੇ ਮੂੰਹ ਵਿੱਚੋਂ ਕਹਾਇਆ ਹੋਇਆ ਇਹ ਸ਼ਬਦ ਹੈ ਵੀ ਕੈਨੇਡਾ ਤਾਂ ਨਰਕ ਭਰੀ ਜ਼ਿੰਦਗੀ ਹੈ, ਇਹ ਆਪਣੇ ਆਪ ਵਿੱਚ ਸਮਝਣ ਵਾਲੀ ਗੱਲ ਹੈ ਕਿ ਕਿਹੜੇ ਨਰਕ ਦੀ ਉਹ ਗੱਲ ਕਰ ਰਹੇ, ਕਿਹੜਾ ਉਹ ਹੇਰਵਾ ਹੈ ਜਿਹੜਾ ਉਹਨਾਂ ਨੂੰ ਜੜ੍ਹਾਂ ਤੋਂ ਟੁੱਟਣ ਤੋਂ ਬਾਅਦ ਉਹਨਾਂ ਦੇ ਅੰਦਰ ਦੀ ਮਾਨਸਿਕਤਾ ਨੂੰ ਇਸ ਤਰ੍ਹਾਂ ਢੰਡੋਰ ਰਿਹਾ, ਕਿ ਇਸ ਤਰ੍ਹਾਂ ਉਹਨਾਂ ਨੂੰ ਲੱਭ ਰਿਹਾ। ਔਰ ਇਸ ਦੇ ਨਾਲ ਨਾਲ ਇੱਕ ਹੋਰ ਜਿਹੜਾ ਮੇਨ ਵਿਸ਼ਾ ਸੀਗਾ ਉਹ ਹੇਰਵੇ ਤੋਂ ਇਲਾਵਾ ਉਹ ਸੀਗਾ, ਮੈਨੂੰ ਲੱਗਦਾ ਕਿ ਉੱਥੇ ਸਥਾਪਿਤ ਹੋਏ ਜਿਹੜੇ ਪਹਿਲਾਂ ਵਾਲੇ ਪ੍ਰਵਾਸੀ ਪੰਜਾਬੀ ਆ, ਉਹਨਾਂ ਵੱਲੋਂ ਨਵੇਂ ਗਏ ਪੰਜਾਬੀ, ਭਾਵੇਂ ਨੌਜਵਾਨ ਵਰਗ ਹੋਵੇ ਭਾਵੇਂ ਬਜ਼ੁਰਗ ਹੋਵੇ, ਉਹਨਾਂ ਦਾ ਸ਼ੋਸ਼ਣ ਕਰਨਾ ਆਰਥਿਕ ਤੌਰ ਤੇ। ਜਿਹੜੇ ਠੇਕੇਦਾਰ ਉੱਥੇ ਪੰਜਾਬੀ ਨੇ ਉਹ ਨਵੇਂ ਪ੍ਰਵਾਸੀ ਪੰਜਾਬੀਆਂ ਨੂੰ ਘੱਟ ਮਜ਼ਦੂਰੀ ਤੇ ਕੰਮ ਕਰਵਾਉਂਦੇ ਨੇ, ਫਿਰ ਉਹਨਾਂ ਦਾ ਸ਼ੋਸ਼ਣ ਕਰਦੇ ਨੇ, ਫਿਰ ਤੁਲਾਈ ਸਮੇਂ ਹੇਰਾਫੇਰੀ ਕਰਦੇ ਨੇ। ਇਸ ਤਰੀਕੇ ਦਾ ਜਿਹੜਾ ਉਹਨਾਂ ਦਾ ਸ਼ੋਸ਼ਣ ਹੁੰਦਾ, ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਆ ਕਿ ਪੰਜਾਬੀ ਹੀ ਪੰਜਾਬੀ ਧਿਰ ਦੀ ਕਿਸ ਤਰ੍ਹਾਂ ਸ਼ੋਸ਼ਣ ਕਰ ਰਿਹਾ। ਇਹ ਜਿਹੜੇ ਮਸਲੇ ਨੇ ਜਰਨੈਲ ਸਿੰਘ ਦੇ ਨਾਵਲ ਨੂੰ ਬਹੁਤ ਹੀ ਖਾਸੀਅਤ ਤੌਰ ਤੇ ਮਤਲਬ ਪੇਸ਼ ਕਰਦਾ ਜਰਨੈਲ ਸਿੰਘ ਇਹਨਾਂ ਵਿਸ਼ਿਆਂ ਨੂੰ, ਤੇ ਇਹ ਉਹਨੂੰ ਬਹੁਤ ਹੀ ਨਵੇਕਲੇ ਢੰਗ ਵਜੋਂ ਮਤਲਬ ਉੱਭਰ ਕੇ ਪ੍ਰਵਾਸੀ ਸਾਹਿਤ ਵਿੱਚ ਆਉਂਦੇ ਨੇ। ਅੱਛਾ ਸੁਖਪ੍ਰੀਤ ਜੀ, ਤੁਹਾਡੀ ਗੱਲ ਤੋਂ ਇੱਕ ਗੱਲ ਮੇਰੇ ਯਾਦ ਆ ਗਈ, ਜਿਵੇਂ ਤੁਸੀਂ ਕਿਹਾ ਵੀ ਉੱਥੇ ਰਹਿੰਦੇ ਹੋਏ ਪਾਤਰ ਤਾਂ ਇਵੇਂ ਦੇ ਮਿਲਦੇ ਆ ਸਾਨੂੰ ਕਿ ਉੱਥੋਂ, ਕਿਉਂਕਿ ਉਹਨਾਂ ਨੂੰ ਦੁਖਾਂਤ ਜਦੋਂ ਹੰਡਾਉਂਦੇ ਆ ਤੁਹਾਨੂੰ ਲੱਗਦਾ ਕਿ ਇਹ ਤਾਂ ਨਰਕ ਵਰਗੀ ਜ਼ਿੰਦਗੀ ਆ, ਕੈਨੇਡਾ ਕਾਹਦੀ ਕੈਨੇਡਾ। ਕੀ ਜਰਨੈਲ ਸਿੰਘ ਸੇਖਾ ਨੇ ਆਪਣੇ ਕਿਸੇ ਨਾਵਲ 'ਚ ਇਵੇਂ ਦਾ ਪਾਤਰ ਚਿੱਤਰਿਆ ਜਿਹੜਾ ਪੰਜਾਬ ਰਹਿੰਦਾ ਹੋਵੇ ਤੇ ਜਦੋਂ ਉਹ ਦੇਖਦਾ ਹੋਵੇ ਬਾਹਰਲੀ ਜ਼ਿੰਦਗੀ ਨੂੰ ਤੇ ਉਹ ਪੰਜਾਬ ਰਹਿੰਦਾ ਹੋਇਆ ਹੀ ਇਹ ਫੈਸਲਾ ਕਰਦਾ ਹੋਵੇ ਕਿ ਉਹਨੂੰ ਲੱਗੇ ਕਿ ਮੈਂ ਨਹੀਂ ਜਾਣਾ ਬਾਹਰ, ਹਨਾ, ਉਹਨੂੰ ਇਹ ਲੱਗੇ ਕਿ ਉਹ ਤਾਂ ਨਰਕ ਵਰਗੀ ਜ਼ਿੰਦਗੀ ਹੈ, ਕਿਉਂਕਿ ਬਹੁਤ ਸਾਰੇ ਪਾਤਰਾਂ ਨੇ ਉੱਥੇ ਜਾ ਕੇ ਇਹ ਨਰਕ ਵਰਗੀ ਜ਼ਿੰਦਗੀ ਦੇਖੀ ਤਾਂ ਉਹਨਾਂ ਨੂੰ ਇਹ ਲੱਗਿਆ। ਕੀ ਤੁਹਾਡੀ ਨਜ਼ਰ 'ਚ ਕਿਤੇ ਆਇਆ ਇਸ ਤਰ੍ਹਾਂ ਦਾ ਪਾਤਰ? ਕਿਉਂਕਿ ਮੈਂ ਚਾਹੁੰਦਾ ਸੀ ਕਿ ਇਹਦੀ ਕੋਈ ਗੱਲ ਜ਼ਰੂਰ ਹੋਣੀ ਚਾਹੀਦੀ ਸੀਗੀ, ਕਿਤੇ ਨਾ ਕਿਤੇ ਕੋਈ ਪਾਤਰ ਇਹੋ ਜਿਹਾ ਸਿਰਜਿਆ ਜਾਂਦਾ ਜਿਹਦੇ ਨਾਲ ਇੱਥੋਂ ਦੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਅਸੀਂ ਦੇਖਦੇ ਹਾਂ ਨਾ ਕਿ ਸਾਰਾ ਕੁਝ ਹੋੜ ਲੱਗੀ ਆ ਵਿਦੇਸ਼ਾਂ ਨੂੰ ਜਾਣ ਦੀ, ਹਨਾ, ਕੀ ਇਵੇਂ ਦਾ ਕੋਈ ਪਾਤਰ ਨਜ਼ਰ ਆਉਂਦਾ ਸਾਨੂੰ, ਜਾਂ ਕਿਸੇ ਵੀ ਹੋਰ ਪ੍ਰਵਾਸੀ ਨਾਵਲ ਦੇ ਵਿੱਚ ਜਾਂ ਕਿਸੇ ਪ੍ਰਵਾਸੀ ਕਹਾਣੀ ਦੇ ਵਿੱਚ, ਜੇ ਤੁਸੀਂ ਸਮਝੋ ਕਿ ਇਵੇਂ ਦੇ ਪਾਤਰਾਂ ਦੀ ਮੈਂ ਸਮਝਦਾ ਸਾਡੇ ਸਮਾਜ ਨੂੰ ਜ਼ਿਆਦਾ ਲੋੜ ਹੋਣੀ ਚਾਹੀਦੀ ਹੈ। ਜੀ ਹਰਿੰਦਰ, ਕਿਉਂਕਿ ਅੱਜ ਸਮੇਂ ਦੀ ਅਜਿਹੀਆਂ ਚੀਜ਼ਾਂ ਨੂੰ ਸਮਝਣਾ ਸਭ ਤੋਂ ਵੱਡੀ ਮੰਗ ਹੈ ਜੀ, ਕਿ ਉਹ ਪ੍ਰਵਾਸੀ ਜਿਹੜੇ ਉੱਥੇ ਬੈਠੇ ਉਸ ਚੀਜ਼ ਨੂੰ ਹੰਢਾ ਰਹੇ ਨੇ ਉਹ ਕੀ ਮੈਸੇਜ ਦੇ ਰਹੇ ਨੇ। ਠੀਕ ਹੈ, ਮੈਂ ਤੁਹਾਡੀ ਗੱਲ ਜੇ ਸੇਖਾਂ ਸਾਹਿਬ ਦੇ ਨਾਵਲਾਂ ਦੇ ਕਨਸੈਪਟ ਚੋਂ ਕਰਾਂ ਤਾਂ ਇਹਨਾਂ ਦੇ ਕੁਝ ਜਿਹੜੇ ਪਾਤਰ ਉੱਥੇ ਬਜ਼ੁਰਗ ਪਾਤਰ ਨੇ ਜੀ, ਉਹ ਪਹਿਲਾਂ ਪੰਜਾਬ 'ਚ ਰਹਿ ਕੇ ਖੁਸ਼ ਸੀ, ਪਰ ਮਜਬੂਰੀ ਵਸ ਉਹਨਾਂ ਦੇ ਬੱਚੇ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਨੇ, ਕਿਉਂਕਿ ਮਜਬੂਰੀ ਕਾਹਦੀ ਹੁੰਦੀ ਹੈ, ਅੱਗੇ ਉਹਨਾਂ ਦੇ ਬੱਚਿਆਂ ਨੂੰ ਸੰਭਾਲਣ ਦੀ, ਜਿਹੜੇ ਉੱਥੇ ਉਹ ਬਾਲ ਕਲਿਆਣ ਵਿਭਾਗਾਂ 'ਚ ਜਾਂ ਕਿਸੇ ਹੋਰ ਕਰਚਾਂ 'ਚ ਛੱਡੇ ਜਾਂਦੇ, ਉਹ ਚਾਹੁੰਦੇ ਕਿ ਉਹਨਾਂ ਦੇ ਬੱਚੇ ਉੱਥੇ ਆਪਣੇ ਪੇਰੈਂਟਸ ਕੋਲੇ ਰਹਿਣ, ਪਰੰਤੂ ਉਹ ਬਜ਼ੁਰਗ ਕਦੇ ਵੀ ਉੱਥੇ ਨਹੀਂ ਜਾਣਾ ਚਾਹੁੰਦੇ। ਇੱਕ ਤਾਂ ਇਹ ਤੀਰਾ, ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਕਿ ਹੋਰ ਕਿਸੇ ਨਾਵਲ ਨਾਟਕ ਕਹਾਣੀਆਂ 'ਚ ਤਾਂ ਬਿਲਕੁਲ ਅਜਿਹੇ ਪਾਤਰ ਆਮ ਤੌਰ ਤੇ ਪ੍ਰਵਾਸੀ ਕਹਾਣੀ ਵਿੱਚ ਅੱਜ ਕੱਲ ਬਹੁਤ ਦੇਖਣ ਨੂੰ ਮਿਲਿਆ। ਜਰਨੈਲ ਸਿੰਘ ਦੀਆਂ ਕਹਾਣੀਆਂ 'ਚੋਂ ਮਿਲਦੇ ਆ ਜਿਹੜੇ ਪਾਤਰ ਪੰਜਾਬ ਵਿੱਚ ਰਹਿਣਾ ਚਾਹੁੰਦੇ ਨੇ, ਪਰੰਤੂ ਕਿਸੇ ਨਾ ਕਿਸੇ ਕਾਰਨ ਉਹਨਾਂ ਨੂੰ ਮਜਬੂਰਨ ਉੱਥੇ ਜਾਣਾ ਜਾਏ। ਇਸੇ ਤਰ੍ਹਾਂ ਜਿਵੇਂ ਜਰਨੈਲ ਸਿੰਘ ਸੇਖਾਂ ਦਾ ਹੀ ਦੂਸਰਾ ਨਾਵਲ ਭਗੌੜਾ, ਉਹਦਾ ਪਾਤਰ ਆ ਜਿਹੜਾ ਸੁਖਬੀਰ, ਉਹ ਵੀ ਕਿਸੇ ਮਜਬੂਰੀ ਕਾਰਨ ਗਿਆ, ਨਾ ਕਿ ਆਪਣੀ ਚਾਹਤ ਕਾਰਨ। ਔਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ, ਪਰੰਤੂ ਪਾਤਰ ਮਜਬੂਰੀ ਵਸ ਕਿਤੇ ਨਾ ਕਿਤੇ ਪ੍ਰਵਾਸ ਕਰਦੇ ਨੇ, ਫਿਰ ਉਹਨਾਂ ਨੂੰ ਲੱਗਦਾ ਕਿ ਉਹ ਜਿੱਥੇ ਰਹਿ ਰਹੇ ਸੀ ਉਹ ਸਹੀ ਸੀ। ਵਿਦੇਸ਼ ਵਿੱਚ ਜਾ ਕੇ ਉਹਨਾਂ ਦੀ ਆਪਣੀਆਂ ਜੜ੍ਹਾਂ, ਆਪਣਾ ਸੱਭਿਆਚਾਰ, ਆਪਣਾ ਰਹਿਣ ਸਹਿਣ ਸਭ ਕੁਝ ਉਹਨਾਂ ਤੋਂ ਟੁੱਟ ਰਿਹਾ ਗਾ। ਉਹਨਾਂ ਦੀ ਨਵੀਂ ਪੀੜ੍ਹੀ ਹੈ ਜਿਹੜੀ ਬਿਲਕੁਲ ਬੇਮੁਖ ਹੋ ਰਹੀ ਹੈ ਇਸ ਚੀਜ਼ ਤੋਂ। ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜੇ ਸਾਡੀਆਂ ਸਰਕਾਰਾਂ ਸੁਹਿਰਦ ਨੇ,
ਉਹ ਸਹੀ ਕੰਮ ਕਰਦੀਆਂ ਨੇ, ਜੀ। ਲੋਕ ਕਲਿਆਣ ਦੇ ਕੰਮ ਕਰਦੀਆਂ, ਤਾਂ ਸ਼ਾਇਦ ਕੋਈ ਵੀ ਜਿਹੜਾ ਪੰਜਾਬੀ ਹੈ ਉਹ ਇਹ ਕਦਮ ਨਹੀਂ ਪੁੱਟਦਾ ਕਿ ਉਹ ਵਿਦੇਸ਼ ਵਿੱਚ ਜਾਵੇ। ਬਿਲਕੁਲ। ਜੇ ਸਾਡੀ ਨੌਜਵਾਨ ਵਰਗ ਪੀੜ੍ਹੀ ਨੂੰ ਇੱਥੇ ਸਮਝਿਆ ਜਾਵੇ, ਉਹਨੂੰ ਉਸ ਤਰੀਕੇ ਦੀ ਜਿਸ ਤਰੀਕੇ ਬੰਦਾ ਉਹਦਾ ਅਧਿਕਾਰ ਜਾਂ ਹੱਕ ਉਹਦੀ ਐਜੂਕੇਸ਼ਨ ਦੇ ਅਕੋਰਡਿੰਗ ਮਿਲਦਾ ਹੋਵੇ, ਤਾਂ ਸ਼ਾਇਦ ਇੱਥੋਂ ਕਦੇ ਵੀ ਪ੍ਰਵਾਸ ਉਸ ਤੇ ਰਿਵਲ ਨਾ ਹੁੰਦਾ। ਤਾਂ ਕਿਉਂਕਿ ਪਿਛਲੇ 10 ਸਾਲਾਂ ਤੋਂ ਇੱਕ ਦਹਾਕੇ ਦੇ ਵਿੱਚ ਪੰਜਾਬ ਵਿੱਚੋਂ ਬਹੁਤ ਗਿਣਤੀ ਹੈ ਜਿਹੜਾ ਪ੍ਰਵਾਸ ਹੋਇਆ, ਤੇ ਜਿਹੜਾ ਸਾਡੇ ਪੰਜਾਬ ਲਈ ਇੱਕ ਬਹੁਤ ਹੀ ਸੰਜੀਦਾ ਮਸਲਾ ਹੈ, ਸੰਕਟ ਵੀ ਪੈਦਾ ਹੋਇਆ ਇਹਦੇ ਚ। ਹਾਂ, ਇਹਨੂੰ ਸਮਝਣ ਦੀ ਜਿਹੜੀ ਸਾਡੀ ਨੌਜਵਾਨ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਅਖੀਰ ਦੇ ਵਿੱਚ ਮੈਂ ਇੱਕ ਤੁਹਾਨੂੰ ਸਾਂਝਾ ਕੁਐਸਚਨ ਕਰਨਾ ਚਾਹਾਂਗਾ ਡਾਕਟਰ ਸੁਖਪ੍ਰੀਤ ਜੀ ਤੇ ਡਾਕਟਰ ਹਰਿੰਦਰ ਜੀ, ਕਿ ਜਿਸ ਤਰ੍ਹਾਂ ਜਰਨੈਲ ਸਿੰਘ ਸੇਖਾ ਦਾ ਇਹ ਪਹਿਲਾ ਨਾਵਲ ਹੈ ਜੀ, ਠੀਕ ਹੈ ਜੀ, ਕਿਉਂਕਿ ਨਾਵਲ ਦੀ ਤੁਸੀਂ ਡਾਕਟਰੇਟ ਹੋ, ਤੁਹਾਨੂੰ ਜ਼ਿਆਦਾ ਇਹਨਾਂ ਬਰੀਕੀਆਂ ਦਾ ਪਤਾ ਹੈ ਕਿ ਨਾਵਲ ਦੀ ਜਿਹੜੀ ਇੱਕ ਕਸੌਟੀ ਹੈ ਉਸ ਤੇ ਪੂਰਾ ਉਤਰਦਾ ਹੈ ਇਹ ਨਾਵਲ। ਜਰਨੈਲ ਸਿੰਘ ਸੇਖਾ ਦਾ ਇਹ ਪਹਿਲਾ ਜਿਹੜਾ ਮਤਲਬ ਇਹਨਾਂ ਦਾ ਕਦਮ ਸੀ, ਇਹ ਪਹਿਲੀ ਰਚਨਾ ਕੀਤੀ ਉਹਨਾਂ ਨੇ ਨਾਵਲ, ਉਹ ਮਤਲਬ ਨਾਵਲੀ ਯੁਕਤਾਂ ਤੇ ਪੂਰਾ ਉਤਰਦਾ ਹੈ। ਇਸ ਬਾਰੇ ਤੁਸੀਂ ਜ਼ਰੂਰ ਦੱਸੋ। ਬਿਲਕੁਲ, ਇਹ ਜਦੋਂ ਕੋਈ ਨਾਵਲ ਲਿਖਿਆ ਜਾਂਦਾ, ਵੈਸੇ ਪਹਿਲਾਂ ਕੋਈ ਉਹ ਨਾਵਲਕਾਰ ਜਿਹੜਾ ਰਾਈਟਰ ਹੁੰਦਾ, ਕੋਈ ਕਹਾਣੀਕਾਰ ਹੁੰਦਾ, ਜਾਂ ਕੋਈ ਕਹਾਣੀਕਾਰ ਤੋਂ ਨਾਵਲਕਾਰ ਬਣਦੇ ਨੇ, ਜਾਂ ਕੋਈ ਉਹ ਸਾਹਿਤ ਦੀ ਇਸ ਤਰ੍ਹਾਂ ਦੀ ਵਿਧਾ ਨਾਲ ਜੁੜਿਆ ਹੁੰਦਾ, ਉਹਨਾਂ ਨੂੰ ਉਸ ਸਾਹਿਤ ਦੇ ਜਿਹੜਾ ਕਲਾਤਮਕ ਪੱਖ ਹੁੰਦਾ, ਸਾਹਿਤ ਦਾ ਕਲਾ ਪੱਖ, ਉਸ ਦਾ ਵਿਸ਼ੇਸ਼ ਧਿਆਨ ਹੁੰਦਾ। ਬਾਕੀ ਅਮਰ ਜੀ, ਮੈਂ ਸਮਝਦਾ ਕਿ ਜਦੋਂ ਕੋਈ ਰਾਈਟਰ ਨਾਵਲ ਲਿਖਦਾ, ਉਸ ਦੇ ਮਨ ਦੇ ਵਿੱਚ ਸੁਚੇਤ ਤੌਰ ਤੇ ਅਸੀਂ ਜੇ ਚਾਹੀਏ ਕਿ ਕਿਸੇ ਪਾਤਰਾਂ ਦੇ ਮੂੰਹੋਂ ਇਹ ਸ਼ਬਦ ਕਹਾਉਣੇ ਨੇ ਕਿ ਸਾਡਾ ਨਾਵਲ ਕਲਾ ਪੱਖ ਤੋਂ ਵਧੀਆ ਬਣ ਜਾਵੇ, ਇਸ ਤਰ੍ਹਾਂ ਨਹੀਂ ਹੁੰਦਾ ਕਦੇ। ਉਹ ਸਹਿਜ ਸੁਭਾਅ ਆਖੇ ਵੇ ਸ਼ਬਦ, ਉਹ ਉਹਨਾਂ ਨੂੰ ਕਾਂਡਾਂ ਦੇ ਵਿੱਚ, ਉਹਨਾਂ ਨੂੰ ਘਟਨਾਵਾਂ ਦੀ ਲੜੀ ਦੇ ਦੌਰਾਨ ਕਿਸ ਤਰ੍ਹਾਂ ਰੱਖਣਾ, ਇਹ ਨਾਵਲਕਾਰ ਦੇ ਹਿੱਸੇ ਆਇਆ ਹੁੰਦਾ ਕਿ ਉਸਨੇ ਕਿਹੜੀ ਘਟਨਾ ਨੂੰ ਕਿੱਥੇ ਫਿੱਟ ਕਰਨਾ, ਕਿਸ ਘਟਨਾ ਦਾ ਉਲੇਖ ਆ ਜਿਹੜਾ ਉਹ ਫਲੈਸ਼ ਬੈਕ ਰਾਹੀਂ ਚੱਲੇਗਾ, ਠੀਕ ਹੈ, ਕਿਸ ਜੁਗਤ ਰਾਹੀਂ ਚੱਲੇਗਾ, ਕਿਸ ਘਟਨਾ ਨੂੰ ਉਹ ਪਾਤਰ ਦੀ ਮਨੋਬਚਨੀ ਰਾਹੀਂ ਉਭਾਰ ਸਕਦਾ, ਇਹ ਸਾਰਾ ਕੁਝ ਨਾਵਲਕਾਰ ਨੇ ਕਰਨਾ ਹੁੰਦਾ। ਇਸ ਪੱਖ ਤੋਂ ਜਰਨੈਲ ਸਿੰਘ ਸੇਖਾ ਕਾਫੀ ਅੱਛਾ ਉਸਦਾ ਕਲਾ ਪੱਖ ਨਾਵਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਦੇ ਜਿਵੇਂ ਕਾਂਡ ਵਾਈਜ਼ ਉਹਨਾਂ ਦੇ ਨਾਮ ਰੱਖੇ, ਸਰਲੇਖ ਰੱਖੇ, ਹਨਾ, ਸਰਲੇਖ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਕਾਂਡ ਦਾ ਜਿਹੜਾ ਵਿਸ਼ਾ ਨਾਵਲ ਦਾ ਜਿਹੜਾ ਬਹੁਤ ਸਾਰਾ ਉੱਭਰ ਕੇ ਸਾਹਮਣੇ ਆ ਸਕਦਾ। ਬਾਕੀ ਡਾਕਟਰ ਸੁਖਪ੍ਰੀਤ ਜੀ, ਤੁਸੀਂ ਬੜਾ ਗਹਿਰ ਅਧਿਐਨ ਕੀਤਾ ਹੋਇਆ ਇਸ ਨਾਵਲ ਦਾ, ਜ਼ਿਆਦਾਤਰ ਦੀਆਂ ਕਲਾਤਮਕ ਜੁਗਤਾਂ ਬਾਰੇ ਤੁਸੀਂ ਗੱਲ ਕਰ ਸਕਦੇ ਹੋ। ਹਰਿੰਦਰ ਜੀ ਔਰ ਅਮਰ ਜੀ, ਮੈਂ ਇਸ ਨਾਵਲ ਬਾਰੇ ਇਹ ਕਹਿਣਾ ਚਾਹੂੰਗੀ ਕਿ ਇਹ ਜਰਨੈਲ ਸਿੰਘ ਸੇਖਾਂ ਦਾ ਜਿਹੜਾ ਪਹਿਲਾ ਪਲੇਠਾ ਨਾਵਲ ਸੀਗਾ, ਇਹ ਕਲਾਤਮਿਕ ਤੌਰ ਤੇ ਸੰਪੂਰਨ ਮੰਨਿਆ ਜਾਊਗਾ, ਕਿਉਂਕਿ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ। ਇੱਕ ਜੁਗਤਾਂ ਦੇ ਪੱਖੋਂ ਦੇਖੋ, ਬੂਮਰਿੰਗ ਜੁਗਤ ਵੀ ਆਉਂਦੀ ਹੈ, ਚਿੱਠੀ ਪੱਤਰ ਦੀ ਵੀ ਆਉਂਦੀ ਆ, ਮਨੋਵਚਨੀ ਵੀ ਆਉਂਦੀ ਆ, ਫਲੈਸ਼ਬੈਕ ਵੀ ਆਉਂਦੀ ਆ, ਸੱਭਿਆਚਾਰ ਤੇ ਲੋਕਧਾਰਾ ਦੇ ਅੰਸ਼ ਵੀ ਦਿੰਦੇ ਆ। ਔਰ ਸਭ ਤੋਂ ਵੱਡੀ ਗੱਲ, ਮੁਹਾਵਰੇ, ਕਿਉਂਕਿ ਭਾਸ਼ਾ ਸ਼ੈਲੀ ਨੂੰ ਸੁਚੇਤ ਜਾਂ ਸੁਚੱਜਾ ਬਣਾਉਣ ਲਈ ਤੁਹਾਡੀ ਮੁਹਾਵਰਿਆਂ ਦਾ, ਕਹਾਵਤਾਂ ਦਾ, ਉਖਾਣਾਂ ਦਾ ਹੋਣਾ ਜ਼ਰੂਰੀ ਆ। ਤਾਂ ਇਹਦੇ ਜਿਹੜੇ ਭਾਗ ਨੇ, ਅੰਕ ਨੇ ਜਾਂ ਸਰਲੇਖ ਨੇ, ਉਹਨਾਂ ਦੇ ਵਿੱਚ ਸਪਸ਼ਟ ਦਿਖਾਈ ਦਿੰਦੇ ਨੇ, ਜਿੱਥੇ ਹਰ ਗੱਲ ਨੂੰ ਕਹਿਣ ਲਈ ਉਹ ਕਿਸੇ ਮੁਹਾਵਰੇ ਦਾ ਵਰਤੋਂ ਕਰਦਾ ਹੈ। ਔਰ ਜਿਹੜੀ ਭਾਸ਼ਾ ਹੈ ਉਹ ਪਾਤਰਾਂ ਦੇ ਖੇਤਰ ਦੇ ਅਕੋਰਡਿੰਗ ਉਹਨਾਂ ਦੇ ਮੂੰਹ ਵਿੱਚੋਂ ਖਵਾਈ ਗਈ ਹੈ। ਇਸ ਕਰਕੇ ਜਿਹੜੀ ਕਲਾ ਦੇ ਪੱਖ ਤੋਂ ਕਿਹਾ ਜਾਵੇ ਕਿ ਇਹ ਪਲੇਠਾ ਨਾਵਲ ਹੀ ਉਹਨਾਂ ਦੀ ਇੰਨਾ ਮਤਲਬ ਇਸ ਢੰਗ ਨਾਲ ਦੀ ਰਚਨਾ ਹੋਈ ਹੈ ਕਿ ਉਹਨਾਂ ਦਾ ਨਾਮ ਪ੍ਰਵਾਸੀ ਪੰਜਾਬੀ ਗਲਪਕਾਰਾਂ ਵਿੱਚ ਸ਼ਾਮਲ ਹੋ ਗਿਆ। ਬਿਲਕੁਲ। ਨਾਲੇ ਇੱਕ ਹੋਰ ਗੱਲ ਹੁੰਦੀ ਹੈ ਜੀ, ਜਿਹੜੀ ਨਾਵਲ ਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਡੀ ਗੱਲ ਹੋਣੀ ਚਾਹੀਦੀ ਹੈ ਰੌਚਿਕਤਾ। ਠੀਕ ਹੈ, ਜੇ ਤੁਸੀਂ ਕੋਈ ਪਾਠਕ ਨੂੰ ਆਪਣੇ ਨਾਲ ਜੋੜਦੇ ਹੋ, ਜੇ ਉਹ ਨਾਵਲ ਰੌਚਕ ਹੋਵੇਗਾ ਪੜ੍ਹਨ ਦੇ ਵਿੱਚ, ਤਾਂ ਉਹ ਸੌਖਾ ਪੜਿਆ ਜਾਵੇਗਾ, ਪਾਠਕ ਦੇ ਸਮਝ ਆ ਜਾਵੇਗਾ ਤੇ ਪਾਠਕ ਬਣਿਆ ਰਹੇਗਾ। ਨਹੀਂ ਤਾਂ ਆਪਾਂ ਦੇਖਦੇ ਹਾਂ ਕਿ 250-300 ਸਫ਼ੇ ਦਾ ਕੋਈ ਵੀ ਨਾਵਲ ਹੁੰਦਾ, ਉਸ ਨੂੰ ਪੜ੍ਹਨ ਦੇ ਲਈ ਟਾਈਮ ਤਾਂ ਲੱਗਦਾ, ਪਰ ਰੌਚਿਕਤਾ ਦੇ ਨਾਲ ਹੀ ਪੜਿਆ ਜਾਂਦਾ। ਔਰ ਜਿਹੜਾ ਇਹਦਾ ਵਿਸ਼ਾ ਸੀ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ, ਉਹ ਇੰਨਾ ਜ਼ਿਆਦਾ ਮਤਲਬ ਰੌਚਕ ਭਰਪੂਰ ਸੀ ਕਿ ਹਰ ਮਤਲਬ ਜਾਣਨਾ ਚਾਹੁੰਦਾ ਸੀ ਪਾਠਕ ਕਿ ਆਖਿਰਕਾਰ ਕੈਨੇਡਾ, ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਖੇਤ ਮਜ਼ਦੂਰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ, ਅਸਲੀ ਸੱਚਾਈ ਕੀ ਆ, ਕਿਉਂਕਿ ਇਹ ਹੱਡੀ ਹੰਡਾਇਆ ਹੋਏ ਅਨੁਭਵ ਚੋਂ ਨਿਕਲਿਆ ਹੋਇਆ ਨਾਵਲ ਆ ਜੀ। ਸੋ ਦੋਸਤੋ, ਇਹ ਸੀ ਜਰਨੈਲ ਸਿੰਘ ਸੇਖਾ ਦਾ ਨਾਵਲ ਦੁਨੀਆ ਕੈਸੀ ਹੋਈ। ਸੋ ਅੱਜ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪਾਠਕਾਂ ਤੱਕ ਇਹ ਗੱਲ ਪਹੁੰਚੀ ਤਾਂ ਉਹ ਇਸ ਨਾਵਲ ਨੂੰ ਪੜ੍ਹਨ। ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਡਾਕਟਰ ਸੁਖਪ੍ਰੀਤ ਕੌਰ ਜੀ ਦਾ ਤੇ ਡਾਕਟਰ ਹਰਿੰਦਰ ਜੀ ਦਾ
ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਏ ਔਰ ਇਸ ਚਰਚਾ ਦੇ ਵਿੱਚ ਭਾਗ ਲਿਆ। ਸੋ ਅਗਲੀ ਵਾਰ ਫਿਰ ਮਿਲਦੇ ਆ ਕਿਸੇ ਹੋਰ ਨਾਵਲ ਦੇ ਨਾਲ। ਸੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। Subscribe now and press the bell icon. Never miss an update.